ਲੰਚ ਡਿਪਲੋਮੇਸੀ ਬਹੁਤ ਵਾਰੀ ਹੋ ਗਈ ਹੈ ਤੇ ਚੰਗੇ ਚੰਗੇ ਪਕਵਾਨ ਖਾ ਲੈ ਲੈ ਟਕਾਰ ਮਾਰ ਲੈ ਨੇ ਤੇ ਮੁੱਦੇ ਉੱਥੇ ਦੇ ਉੱਥੇ ਖਲੋਤੇ ਨੇ। ਇਹ ਸਾਰਿਆਂ ਦੀਆਂ ਤੋਪਾਂ ਦਾ ਮੂੰਹ ਜਿਹੜਾ ਜਿੰਨਿਆਂ ਦੇ ਮੈਂ ਨਾਮ ਲਏ ਨੇ ਇਹ ਸਾਰਿਆਂ ਦੇ ਨਿਸ਼ਾਨੇ ਤੇ ਕੈਪਟਨ ਅਮਰਿੰਦਰ ਸਿੰਘ ਨੇ। ਭਾਰਤ ਵਾਲੇ ਕਹਿੰਦੇ ਨੇ ਦੇਖੋ ਜੀ ਉਹਨਾਂ ਮੁਲਕਾਂ ਨਾਲ ਸਾਡਾ ਮੁਕਾਬਲਾ ਕੀ ਹੈ ਤੇ ਸਾਡਾ ਮੁਕਾਬਲਾ ਕਿਹਦੇ ਨਾਲ ਹੈ। ਹੁਣ ਭਾਰਤ ਕਿਉਂ ਫੇਲ ਹੋਇਆ ਇਸ ਮਾਮਲੇ ਤੇ ਇਸ ਦੇ ਤਿੰਨ ਮੁੱਖ ਕਾਰਨ ਦੱਸੇ ਜਾ ਰਹੇ ਨੇ। ਤੁਸੀਂ ਕਹਿ ਰਹੇ ਵੈਕਸੀਨੇਸ਼ਨ ਹੋਣੀ ਜ਼ਰੂਰੀ ਹੈ। ਰਾਮਦੇਵ ਕਹਿੰਦਾ ਵੀ ਜਿਨ੍ਹਾਂ ਨੂੰ ਟੀਕੇ ਲੱਗੇ ਈਵਨ ਜਿਨ੍ਹਾਂ ਨੂੰ ਦੋ ਟੀਕੇ ਲੱਗੇ ਉਹ ਵੀ ਮਰ ਰਹੇ ਨੇ। ਇੱਕ ਅਖਬਾਰ ਪੰਜਾਬ ਦੀ ਬੜੀ ਪ੍ਰਮੁੱਖ ਅਖਬਾਰ ਹੈ ਉਹਨਾਂ ਨੇ ਲਫ਼ਜ਼ ਬੇਥਵੀਆਂ ਵਰਤਿਆ। ਬਾਬੇ ਰਾਮਦੇਵ ਦੀਆਂ ਬੇਥਵੀਆਂ ਦਾ ਜਵਾਬ ਇੰਡੀਅਨ ਮੈਡੀਕਲ ਐਸੋਸੀਏਸ਼ਨ ਉਸ ਦੇ ਵਿੱਚ ਕੁਝ ਗੱਲਾਂ ਇਹੋ ਜਿਹੀਆਂ ਉਸ ਲੜਕੀ ਪ੍ਰਤੀ ਆ ਗਈਆਂ ਨੇ ਜਿਸ ਲੜਕੀ ਨੇ ਇਸ ਤਰੁਣ ਤੇਜਪਾਲ ਤੇ ਇਲਜ਼ਾਮ ਲਾਏ ਸਨ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਵਿਚਾਰ ਚਰਚਾ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਮਾਹਿਰ ਮਹਿਮਾਨ ਹੋਣਗੇ ਸਰਦਾਰ ਕੁਲਦੀਪ ਸਿੰਘ ਹੀਰ ਜੀ ਤੇ ਅਸੀਂ ਉਹਨਾਂ ਨਾਲ ਕਰੋਨਾ ਟੀਕਾਕਰਨ ਦੀ ਗੱਲ ਕਰਾਂਗੇ, ਕਿਸਾਨ ਅੰਦੋਲਨ ਦੀ ਗੱਲ ਕਰਾਂਗੇ, ਪੰਜਾਬ ਦੀ ਰਾਜਨੀਤੀ ਦੀ ਗੱਲ ਕਰਾਂਗੇ ਤੇ IPL ਮੈਚਸ ਜਿਹੜੇ ਕਿ ਹੁਣ UAE ਵਿੱਚ ਹੋਣੇ ਨੇ ਉਹਨਾਂ ਬਾਬਤ ਵੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਸਵਾਗਤ ਕਰਦੇ ਹਾਂ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਸਵਲੀਨ। ਕੁਲਦੀਪ ਜੀ, ਜਿਵੇਂ ਪਿਛਲੇ ਕਈ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ ਤੇ ਹੁਣ ਹਾਈ ਕਮਾਨ ਨੇ ਇਹਦੇ ਵਿੱਚ ਦਖਲਅੰਦਾਜ਼ੀ ਕੀਤੀ ਹੈ ਤੇ ਕੀ ਸਟੈਂਡ ਲਿਆ ਉਹਨਾਂ ਨੇ? ਇਹ ਕਾਟੋ ਕਲੇਸ਼ ਨਹੀਂ ਤੇ ਨਾ ਹੀ ਨੋਕ ਝੋਂਕ ਹੈ, ਇਹ ਖਾਨਾ ਜੰਗੀ ਦਾ ਰੂਪ ਧਾਰਨ ਕਰ ਚੁੱਕੀ ਹੈ ਜੀ। ਹੁਣ ਕਾਂਗਰਸ ਨੇ ਇਹਨੂੰ ਕਈ ਵਾਰ ਨਜਿੱਠਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਦੋ ਨਾਮ ਮੈਂ ਆਪ ਜੀ ਦੇ ਸਾਹਮਣੇ ਬੋਲਾਂਗਾ ਜੀ, ਮਲਿਕਾਰਜੁਨ ਖੜਗੇ ਤੇ JP ਅਗਰਵਾਲ ਦਾ ਤੁਸੀਂ ਨਾਮ ਪਹਿਲਾਂ ਸੁਣਿਆ ਨਹੀਂ? ਇਹ ਦੋਵੇਂ ਨਾਮ ਜਿਹੜੇ ਨੇ ਉਹਨਾਂ 3 ਮੈਂਬਰੀ ਕਮੇਟੀਆਂ ਵਿੱਚੋਂ 2 ਦੇ ਨੇ ਜਿਨ੍ਹਾਂ ਨੂੰ ਇਸ ਪੰਜਾਬ ਕਾਂਗਰਸ ਦੇ ਅੰਦਰੂਨੀ ਮਸਲਿਆਂ ਨੂੰ ਸੁਲਝਾਉਣ ਲਈ ਪੰਜਾਬ ਭੇਜਿਆ ਜਾ ਰਿਹਾ। ਹਰੀਸ਼ ਰਾਵਤ ਪਹਿਲਾਂ ਹੀ ਪੰਜਾਬ ਆਉਂਦੇ ਜਾਂਦੇ ਰਹਿੰਦੇ ਨੇ, ਉਹਨਾਂ ਦੀ ਤਾਂ ਕੋਈ ਸੁਣਦਾ ਵੀ ਨਹੀਂ। ਲੰਚ ਡਿਪਲੋਮੇਸੀ ਬਹੁਤ ਵਾਰੀ ਹੋ ਗਈ ਹੈ ਤੇ ਚੰਗੇ ਚੰਗੇ ਪਕਵਾਨ ਖਾ ਲੈ ਲੈ ਟਕਾਰ ਮਾਰ ਲੈ ਨੇ ਤੇ ਮੁੱਦੇ ਉੱਥੇ ਦੇ ਉੱਥੇ ਖਲੋਤੇ ਨੇ। ਬਿਲਕੁਲ। ਹੁਣ ਇਹ 3 ਮੈਂਬਰੀ ਕਮੇਟੀ ਸੋਨੀਆ ਗਾਂਧੀ ਨੇ ਬਣਾਈ ਹੈ ਕਿ ਉਹ ਇਹਨਾਂ ਮੁੱਦਿਆਂ ਦਾ ਕੋਈ ਹੱਲ ਕੱਢਣ ਜਿਹੜੇ ਕਿ ਨਵਜੋਤ ਸਿੱਧੂ, ਪ੍ਰਗਟ ਸਿੰਘ, ਚਰਨਜੀਤ ਚੰਨੀ, ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋਂ ਜਾਂ ਜਿੰਨੇ ਵੀ ਆਗੂ ਕਰ ਰਹੇ ਨੇ ਇਹਨਾਂ ਨੂੰ ਆਪਸੀ ਇੱਕ ਜਗ੍ਹਾ ਤੇ ਬਿਠਾ ਕੇ ਕਿਸੇ ਨਾ ਕਿਸੇ ਤਰੀਕੇ ਸੁਲਝਾਉਣ ਦਾ ਯਤਨ ਕਰਨ। ਜੇ ਕੈਪਟਨ ਅਮਰਿੰਦਰ ਸਿੰਘ ਦੀ ਅਸੀਂ ਗੱਲ ਕਰੀਏ ਜੀ, ਇਹ ਸਾਰਿਆਂ ਦੀਆਂ ਤੋਪਾਂ ਦਾ ਨਿਸ਼ਾਨੇ ਤੇ ਇਸ ਵੇਲੇ ਤੋਪਾਂ ਦਾ ਮੂੰਹ ਜਿਹੜਾ ਜਿੰਨਿਆਂ ਦੇ ਮੈਂ ਨਾਮ ਲਏ ਨੇ ਇਹ ਸਾਰਿਆਂ ਦੇ ਨਿਸ਼ਾਨੇ ਤੇ ਕੈਪਟਨ ਅਮਰਿੰਦਰ ਸਿੰਘ ਨੇ। ਨਵਜੋਤ ਸਿੰਘ ਸਿੱਧੂ ਨੇ ਗੱਲਬਾਤ ਸ਼ੁਰੂ ਕੀਤੀ ਹੈ, ਪ੍ਰਗਟ ਸਿੰਘ ਉੱਠ ਖਲੋਏ ਜੀ ਤੇ ਫਿਰ ਹੋਰ ਧਿਰਾਂ ਵੀ ਉੱਠ ਖਲੋਈਆਂ। ਦਲਿਤ ਵਰਗ ਦੀ ਗੱਲ ਚੱਲ ਪਈ ਹੈ ਜੀ। ਭਾਜਪਾ ਨੇ ਕਹਿ ਕੇ ਕਿ ਦਲਿਤ ਨੂੰ ਅਸੀਂ ਮੁੱਖ ਮੰਤਰੀ ਬਣਾਵਾਂਗੇ ਇੱਕ ਬਹਿਸ ਜਿਹੀ ਛੇੜ ਦਿੱਤੀ ਹੈ। ਉਹ ਵੀ ਖੜੇ ਹੋ ਗਏ ਨੇ ਕਿ ਸਾਡੀ ਵੀ ਪ੍ਰੋਪਰ ਰਿਪਰੈਜ਼ੈਂਟੇਸ਼ਨ ਜਿਹੜੀ ਹੈ ਪੰਜਾਬ ਮੰਤਰੀ ਮੰਡਲ ਜਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਹੋਣੀ ਚਾਹੀਦੀ ਹੈ ਜੀ। ਉਹਨਾਂ ਨੂੰ ਇੱਕ ਵਾਰੀ ਤੇ ਕਾਂਗਰਸ ਹਾਈ ਕਮਾਂਡ ਨੇ ਇਹ ਕਹਿ ਕੇ ਚੁੱਪ ਕਰਾ ਦਿੱਤਾ ਕਿ ਅਸੀਂ ਦੇਖ ਰਹੇ ਹਾਂ ਸਭ ਕੁਝ ਤੇ ਕੁਝ ਨਾ ਕੁਝ ਇਸ ਦਾ ਹੱਲ ਕੱਢਾਂਗੇ ਕਰਾਂਗੇ, ਪਰ ਹੱਲ ਕੱਢਿਆ ਨਹੀਂ ਜਾ ਰਿਹਾ ਤੇ 3 ਮੈਂਬਰੀ ਕਮੇਟੀ ਬਣਾਈ ਜਾ ਰਹੀ ਹੈ ਜੀ। ਹੁਣ ਇਹ ਕਮੇਟੀ ਕਿਹਦੇ ਕੋਲ ਜਾਵੇਗੀ? ਕਿ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਣ ਲਈ ਮਜਬੂਰ ਕੀਤਾ ਜਾਵੇਗਾ? ਇਲੈਕਸ਼ਨਾਂ ਸਿਰ ਤੇ ਖਲੋਤੀਆਂ ਨੇ ਜੀ। ਇੱਕ ਕੈਪਟਨ ਦਾ ਆਪਣਾ ਧੜਾ ਵੀ ਹੈ ਜਿਹੜਾ ਕਾਫੀ ਸਟਰੋਂਗ ਹੈ ਤੇ ਡਟ ਕੇ ਉਸਦੇ ਜਿਹੜੇ ਸਾਥੀ ਨੇ ਉਹ ਖਲੋਂਦੇ ਨੇ ਤੇ ਸ਼ਰੇਆਮ ਉਹ ਇਹ ਮੰਗ ਕਰਦੇ ਰਹੇ ਨੇ ਕਿ ਇਹ ਜਿਹੜੇ ਬਾਗੀ ਲੋਕ ਨੇ ਇਹਨਾਂ ਨੂੰ ਪਾਰਟੀਆਂ ਵਿੱਚੋਂ ਕੱਢਿਆ ਜਾਵੇ, ਇਹਨਾਂ ਦਾ ਪਾਰਟੀ ਵਿੱਚ ਕੋਈ ਕੰਮ ਨਹੀਂ। ਤੇ ਕੈਪਟਨ ਅਮਰਿੰਦਰ ਖੁਦ ਇਹ ਕਹਿ ਚੁੱਕੇ ਨੇ ਕਿ ਨਵਜੋਤ ਸਿੱਧੂ ਲਈ ਹੁਣ ਦਰਵਾਜ਼ੇ ਬੰਦ ਨੇ ਜੀ। ਜਦ ਕਿ ਪਿਛਲੇ ਸਾਲ ਦੇ ਵਿੱਚ ਬਲਕਿ ਇਸੇ ਸਾਲ ਦੇ ਵਿੱਚ 2-3 ਮੌਕੇ ਇਹੋ ਜਿਹੇ ਆਏ ਜਦੋਂ ਕਿਹਾ ਜਾਂਦਾ ਸੀ ਕਿ ਹੁਣ ਦੇਖੋ ਜੀ 2-4 ਦਿਨਾਂ ਦੇ ਵਿੱਚ ਨਵਜੋਤ ਸਿੱਧੂ ਨੂੰ ਮੰਤਰੀ ਮੰਡਲ ਦੀ ਸਹੁੰ ਚੁਕਾ ਦਿੱਤੀ ਜਾਵੇਗੀ ਜੀ। ਉਹ ਗੱਲ ਵਿੱਚੇ ਰਹਿ ਗਈ ਹੈ ਤੇ ਨਵਜੋਤ ਸਿੱਧੂ ਫਿਰ ਪਹਿਲਾਂ ਵਾਲੀ ਥਾਂ ਤੇ ਨੇ। ਨਵਜੋਤ ਸਿੱਧੂ ਨੇ ਖੂਬ ਜਿਹੜੀ ਬੰਬਾਰਡਮੈਂਟ ਜਿਹੜੀ ਸੀ ਟਵੀਟਾਂ ਦੀ, ਬਿਆਨਾਂ ਦੀ, ਵੀਡੀਓਜ਼ ਦੀ ਉਹ ਸਰਕਾਰ ਆਪਣੀ ਤੇ ਕੀਤੀ, ਆਪਣੀ ਪਾਰਟੀ ਤੇ ਕੀਤੀ। ਨਾਲ ਦੀ ਨਾਲ ਇਹ ਵੀ ਕਨਸੂਆਂ ਪਈਆਂ ਕਿ ਉਹਨੇ ਕਿਹਾ ਕਿ ਮੈਂ ਵਚਨ ਦੇ ਚੁੱਕਾ ਹਾਂ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨੂੰ ਮੈਂ ਕਾਂਗਰਸ ਨਹੀਂ ਛੱਡਾਂਗਾ। ਜਦ ਕਿ ਇਹ ਗੱਲ ਤੈਅ ਹੋ ਚੁੱਕੀ ਸੀ ਕਿ ਨਵਜੋਤ ਸਿੱਧੂ ਜਿੰਨੀਆਂ ਗੱਲਾਂ ਕਰ ਚੁੱਕੇ ਨੇ ਕਾਂਗਰਸ ਵਿੱਚ ਹੁਣ ਉਹਨਾਂ ਲਈ ਥਾਂ ਨਹੀਂ ਬਚਦੀ। ਤੇ ਹੁਣ ਨਵਜੋਤ ਸਿੱਧੂ ਜਦੋਂ ਹਾਈ ਕਮਾਂਡ ਦਾ ਇਸ਼ਾਰਾ ਆਇਆ ਤੇ ਥੋੜ੍ਹਾ ਜਿਹਾ ਚੁੱਪ ਹੋ ਗਏ। ਚਰਨਜੀਤ ਚੰਨੀ ਪੂਰੀ ਤੌਰ ਤੇ ਚੁੱਪ ਨਹੀਂ ਬੈਠੇ, ਉਹਨਾਂ ਨੇ ਅੰਦਰ ਖਾਤੇ ਮੀਟਿੰਗਾਂ ਦਾ ਦੌਰ ਜਾਰੀ ਰੱਖਿਆ ਤੇ ਲੋਕ ਉਹਨਾਂ ਨੂੰ ਮਿਲਣ ਗਿਲਣ ਜਾਂਦੇ ਰਹੇ। ਜਿਹੜੇ ਗਰੁੱਪ ਨਾਰਾਜ਼ ਧੜੇ ਸਨ ਉਹਨਾਂ ਦੀਆਂ ਮੀਟਿੰਗਾਂ ਆਪਸ ਵਿੱਚ ਹੁੰਦੀਆਂ ਰਹੀਆਂ ਤੇ ਉਹ ਇਹੋ ਗੱਲ ਕਹਿੰਦੇ ਰਹੇ ਰੰਧਾਵਾ ਸਾਹਿਬ ਵੀ ਕਿ ਸੁਖਜਿੰਦਰ ਰੰਧਾਵਾ ਹੋਣੀ ਕਿ ਮੈਂ ਆਪਣੀ ਪਾਰਟੀ ਦੇ ਆਗੂਆਂ ਨੂੰ ਮਿਲਦਾ, ਇਸ ਵਿੱਚ ਮਾੜੀ ਗੱਲ ਕਿਹੜੀ ਹੈ? ਕੋਈ ਅਸੀਂ ਜੇ ਕੋਈ ਗੱਲ ਡਿਸਕਸ ਕਰਦੇ ਹਾਂ ਬੈਠ ਕੇ ਤੇ ਇਸ ਗੱਲ ਤੇ ਕਿੰਤੂ ਪ੍ਰੰਤੂ ਕਰਨ ਵਾਲੀ ਕੋਈ ਗੱਲ ਨਹੀਂ।
ਪਰ ਇਹ ਅੰਦਰੋਂ ਅੰਦਰੀ ਇੱਕ ਜਿਵੇਂ ਰਿੱਝ ਰਿਹਾ ਸਾਰਾ ਕੁਝ, ਇਸ ਤਰ੍ਹਾਂ ਦੀ ਸਥਿਤੀ ਹੈ। ਹੁਣ ਇਹ 3 ਮੈਂਬਰ ਆ ਕੇ ਕੀ ਕਰਨਗੇ ਜੀ? ਜਾਂ ਤਾਂ ਨਵਜੋਤ ਸਿੰਘ ਸਿੱਧੂ ਦੇ, ਜੇ ਨਵਜੋਤ ਸਿੰਘ ਸਿੱਧੂ ਨੇ ਪਬਲਿਕ ਨੂੰ ਸਵਾਲ ਪਬਲਿਕ ਦੇ ਸਾਹਮਣੇ ਰੱਖੇ ਤੇ ਆਪਣੇ ਆਗੂ ਤੇ ਆਪਣੇ ਗ੍ਰਹਿ ਮੰਤਰੀ ਤੇ ਆਪਣੇ ਮੁੱਖ ਮੰਤਰੀ ਤੇ ਜਿਹੜੇ ਨੇ ਉਹਨਾਂ ਨੇ ਉਂਗਲ ਕੀਤੀ ਹੈ ਕਿ ਉਹ ਜਿਹੜੇ ਆਗੂ ਆ ਰਹੇ ਨੇ 3 ਹੁਣ ਇਹਨਾਂ ਦਾ ਸਮਝੌਤਾ ਕਰਾਉਣ ਤੇ ਉਹ ਇਹਨਾਂ ਗੱਲਾਂ ਤੇ ਜਵਾਬ ਦੇਣਗੇ ਕਿ ਅਸੀਂ ਕਿਹਨਾਂ ਮੁੱਦਿਆਂ ਤੇ ਇਲੈਕਸ਼ਨ ਲੜੀ ਸੀ ਤੇ ਵਾਅਦੇ ਕਿਹੜੇ-ਕਿਹੜੇ ਪੂਰੇ ਕੀਤੇ। ਰੁਜ਼ਗਾਰ ਦੀ ਗੱਲ ਹੈ, ਨਸ਼ੇ ਦੀ ਗੱਲ ਹੈ, ਰੇਤ ਮਾਫੀਆ ਦੀ ਗੱਲ ਹੈ, ਬੇਅਦਬੀ ਦਾ ਮਾਮਲਾ ਹੈ, ਗੋਲੀकांड ਦਾ ਮਾਮਲਾ ਹੈ, ਸਾਰੀਆਂ ਗੱਲਾਂ ਤੇ ਸਰਕਾਰ ਝੂਠੀ ਪੈਂਦੀ ਜਾਪਦੀ ਹੈ ਜੀ। ਹੁਣ ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਜੇ ਕੋਈ 3 ਬੰਦੇ ਬਾਹਰੀਆਂ ਸਟੇਟਾਂ ਤੋਂ ਆ ਕੇ ਜਿਹੜੇ ਕਿ ਸੀਨੀਅਰ ਆਗੂ ਨੇ ਕਾਂਗਰਸ ਦੇ, ਜੇ ਉਹ ਆ ਕੇ ਕੋਈ ਸਮਝੌਤਾ ਕਰਾ ਜਾਂਦੇ ਨੇ ਤੇ ਹਫ਼ਤੇ ਬਾਅਦ ਨਵਜੋਤ ਸਿੰਘ ਸਿੱਧੂ, ਪ੍ਰਗਟ ਸਿੰਘ ਤੇ ਹੋਰ ਸਾਰੇ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਦੇਖੋ ਜੀ ਉਹ ਜਿਹੜੀਆਂ ਗੱਲਾਂ ਸੀ ਸਾਡੇ ਹੁਣ ਮਤਭੇਦ ਦੂਰ ਹੋ ਗਏ ਆ, ਸਭ ਕੁਝ ਠੀਕ ਠਾਕ ਆ, ਅਸੀਂ ਇਕੱਠੇ ਹੋ ਕੇ ਇਲੈਕਸ਼ਨ ਫਰਵਰੀ ਦੇ ਵਿੱਚ ਜਦੋਂ ਵੀ ਹੋਣਗੀਆਂ ਇਲੈਕਸ਼ਨਾਂ ਲੜਾਂਗੇ ਜ਼ੋਰ ਸ਼ੋਰ ਨਾਲ। ਤੇ ਅਕਾਲੀ ਦਲ ਸਾਡਾ ਵੱਡਾ ਦੁਸ਼ਮਣ ਹੈ, ਆਮ ਆਦਮੀ ਪਾਰਟੀ ਦੁਸ਼ਮਣ ਹੈ, ਭਾਰਤੀ ਜਨਤਾ ਪਾਰਟੀ ਨੇ ਇਸ ਤਰ੍ਹਾਂ ਕੀਤਾ, ਮੋਦੀ ਨੇ ਇਸ ਤਰ੍ਹਾਂ ਕੀਤਾ, ਇਸ ਗੱਲਾਂ ਉਹ ਕਰ ਸਕਦੇ ਨੇ। ਜੇ ਨਹੀਂ ਕਾਮਯਾਬ ਹੁੰਦੇ ਇਹ 3 ਵਿਅਕਤੀ ਪੰਜਾਬ ਕਾਂਗਰਸ ਦੀ ਅੰਦਰਲੀ ਖਾਨਾ ਜੰਗੀ ਨੂੰ ਕਿਸੇ ਪਾਸੇ ਲਾਉਣ ਦੇ ਵਿੱਚ, ਤਾਂ ਇਹ ਗੱਲ ਤੈਅ ਹੈ ਕਿ ਇੱਥੇ ਫਿਰ ਪਾਟੋ ਧਾੜ ਹੋਰ ਵਧੇਗੀ। ਇਹ ਪੰਜਾਬ ਵਿੱਚ ਹੀ ਨਹੀਂ, ਰਾਜਸਥਾਨ ਦੇ ਵਿੱਚ ਵੀ ਪਈ ਹੋਈ ਹੈ। ਸਚਿਨ ਪਾਇਲਟ ਅਸ਼ੋਕ ਗਹਿਲੋਤ ਦੇ ਖਿਲਾਫ ਖੁੱਲ੍ਹ ਕੇ ਬੋਲ ਰਹੇ ਨੇ ਕਾਂਗਰਸ ਨੂੰ, ਉੱਥੇ ਵੀ ਸਾਹਮਣੇ ਕਈ ਜਗ੍ਹਾ ਤੇ ਮੁਹਾਜ਼ ਖੁੱਲੇ ਹੋਏ ਨੇ। ਮੱਧ ਪ੍ਰਦੇਸ਼ ਦੇ ਵਿੱਚ ਕਾਂਗਰਸ ਖਾਮਿਆਜ਼ਾ ਭੁਗਤ ਚੁੱਕੀ ਹੈ, ਪਰ ਪੰਜਾਬ ਦੇ ਵਿੱਚ ਹਾਲ ਦੀ ਘੜੀ ਉਹਨਾਂ ਕੋਲ ਮੈਜੋਰਟੀ ਹੈ 6 ਮਹੀਨਿਆਂ ਵਾਸਤੇ, ਕਿਉਂਕਿ ਨਵੀਆਂ ਇਲੈਕਸ਼ਨਾਂ ਹੋਣੀਆਂ ਨੇ ਤੇ ਉਧਰ ਉੱਤਰ ਪ੍ਰਦੇਸ਼ ਵਿੱਚ ਵੀ ਇਲੈਕਸ਼ਨਾਂ ਨੇ ਤੇ ਕਾਂਗਰਸ ਇਸ ਮੌਕੇ ਤੇ ਇਦਾਂ ਦਾ ਵੱਡਾ ਖਾਮਿਆਜ਼ਾ ਕੀਲ ਇਹਨਾਂ ਦਾ ਭੁਗਤਣ ਲਈ ਤਿਆਰ ਹੈ। ਜੇ ਇਸ ਤਰ੍ਹਾਂ ਦਾ ਕੋਈ ਠੋਸ ਸਟੈਂਡ ਨਾ ਲੈ ਕੇ ਉਹ ਕੀ ਸਾਬਤ ਕਰ ਦੇਣਗੇ, ਇਹ ਗੱਲ ਹੁਣ ਆਉਣ ਵਾਲੇ ਦਿਨਾਂ 'ਚ ਕਲੀਅਰ ਹੋ ਜਾਵੇਗੀ। ਪਰ ਜੇ ਚੁੱਪ ਚਪੀਤੇ ਨਾਲ ਉਹ ਸਾਰੇ ਆ ਕੇ ਕਹਿੰਦੇ ਕਿ ਸਭ ਠੀਕ ਹੈ ਤੇ ਲੋਕਾਂ ਨੂੰ ਫਿਰ ਸੋਚਣਾ ਪਏਗਾ ਕਿ ਜਿਹੜੀਆਂ ਗੱਲਾਂ ਇਹਨਾਂ ਦੇ ਆਗੂ ਕੁਝ ਦਿਨ ਪਹਿਲਾਂ ਕਰਦੇ ਸੀ, ਕੀ ਉਹਨਾਂ ਦੇ ਜਵਾਬ ਮਿਲ ਗਏ ਨੇ ਇਹਨਾਂ ਨੂੰ? ਜੇ ਮਿਲੇ ਨੇ ਤਾਂ ਕੀ ਨੇ, ਸਾਨੂੰ ਵੀ ਦੱਸੋ। ਜੇ ਉਹ ਕਹਿੰਦੇ ਨੇ ਦੇਖੋ ਜੀ ਕਿ ਬੇਅਦਬੀ ਕਾਂਡ ਹੋਇਆ ਸੀ, ਅਸੀਂ ਮੰਨ ਲਿਆ, ਸਾਡੇ ਆਗੂਆਂ ਨੇ ਕਿ ਜਲਦ ਤੋਂ ਜਲਦ ਇਹਦਾ ਹੱਲ ਕੱਢਿਆ ਜਾਵੇਗਾ, ਅਸੀਂ ਰੋਜ਼ਗਾਰ ਦੇਵਾਂਗੇ, ਰੇਤ ਮਾਫੀਆ ਨੂੰ ਨੱਥ ਪਾਵਾਂਗੇ, ਨਸ਼ਾਖੋਰੀ ਤੇ ਸਮਗਲਿੰਗ ਤੇ ਨੱਥ ਪਾਵਾਂਗੇ, ਤੇ ਜਿਹੜਾ ਕੰਮ 4.5 ਸਾਲਾਂ 'ਚ ਨਾ ਕੀਤਾ ਤੇ ਹੁਣ ਬੂਹੇ ਬੈਠੀ ਜੰਜ ਤੇ ਵਿੰਨੋ ਕੁੜੀ ਦੇ ਕੰਨ ਵਾਲੀ ਗੱਲ ਹੈ, ਦਿਨ ਗਿਆ ਬਨੇਰੇ ਤੇ ਸ਼ਰਮਿੰਦੀ ਚਰਖਾ ਫੇਰੇ। ਹੁਣ ਕੀ ਕਰਨਾ? ਉਹ ਕੁਝ ਨਹੀਂ ਕਰ ਸਕਦੇ। ਬੇਸਿਕਲੀ ਕੋਈ ਥੋੜਾ ਬਹੁਤਾ ਜੇ ਲੀਡਰਸ਼ਿਪ ਵਿੱਚ ਬਦਲਾਅ ਕੋਈ ਵੱਡਾ ਆਉਂਦਾ ਹੈ ਤਾਂ ਇਹ ਫਿਰ ਸਿਆਸੀ ਧਮਾਕਾ ਹੋਵੇਗਾ। ਇਹ ਗੱਲ ਖਾਸ ਹੈ। ਸੁਖਪਾਲ ਖਹਿਰਾ ਦੀ ਗੱਲ ਅਜੇ ਵੀ ਜਿਹੜੀ ਹੈ ਉਹ ਕਨਸੋਆਂ ਚੱਲ ਰਹੀਆਂ ਨੇ ਕਿ ਕਾਂਗਰਸ ਦੇ ਵਿੱਚ ਦੁਬਾਰਾ ਆਉਣ ਲਈ ਤਿਆਰ ਨੇ ਤੇ ਡਟ ਕੇ ਇੰਨੇ ਸਾਲ ਉਹ ਵੀ ਬੋਲਦੇ ਰਹੇ ਨੇ। ਤੇ ਆਮ ਆਦਮੀ ਪਾਰਟੀ ਦੇ ਉਹ ਵਿਧਾਇਕ ਨੇ ਤੇ ਆਮ ਆਦਮੀ ਪਾਰਟੀ ਭਾਵੇਂ ਉਹਨਾਂ ਨੂੰ ਛੱਡ ਚੁੱਕੀ ਹੈ ਜਾਂ ਉਹਨਾਂ ਨੂੰ ਕੱਢ ਦਿੱਤਾ ਹੈ ਜਾਂ ਉਹਨਾਂ ਨੇ ਵਿਰੋਧੀ ਧਿਰ ਦੇ ਵੀ ਆਗੂ ਸਨ, ਪਰ ਵਿਧਾਇਕ ਵਜੋਂ ਇਸ ਵੇਲੇ ਅਸੈਂਬਲੀ ਦੇ ਵਿੱਚ ਉਹ ਹਨ। ਤੇ ਜੇ ਉਹ ਆ ਜਾਂਦੇ ਨੇ ਤੇ ਫਿਰ ਇਹ ਧਿਰ ਜਿਹੜੀ ਹੈ ਵਿਰੋਧੀ ਕੈਪਟਨ ਵਿਰੋਧੀ ਧਿਰ ਹੈ ਉਹ ਹੋਰ ਮਜ਼ਬੂਤ ਹੋ ਜਾਵੇਗੀ। ਜੀ ਕੁਲਦੀਪ ਜੀ, ਅਗਲਾ ਮੁੱਦਾ ਡਿਸਕਸ ਕਰੀਏ। ਇਸ ਤੋਂ ਪਹਿਲਾਂ ਥੋੜੀ ਜਿਹੀ ਕਰੋਨਾ ਦੀ ਗੱਲ ਕਰ ਲਈਏ। ਇਸ ਵੇਲੇ ਤਾਜ਼ਾ ਅੰਕੜੇ ਕੀ ਕਹਿੰਦੇ ਨੇ ਭਾਰਤ ਬਾਰੇ? ਅੰਕੜਿਆਂ ਦੀ ਗੱਲ ਬਹੁਤੀ ਮੈਂ ਸਾਂਝੀ ਨਹੀਂ ਕਰਨੀ ਚਾਹੁੰਦਾ ਆਪਣੇ ਦਰਸ਼ਕਾਂ ਦੇ ਨਾਲ ਕਿ ਅੰਕੜਿਆਂ ਦਾ ਹੇਰ-ਫੇਰ ਅਸੀਂ ਬਹੁਤ ਸਾਂਝਾ ਕੀਤਾ ਹੈ। ਬਿਲਕੁਲ ਬਿਲਕੁਲ। ਅੰਕੜਿਆਂ ਦਾ ਹੇਰ-ਫੇਰ ਜਿਹੜਾ ਹੈ ਨਾ ਉਹ ਸਵਲੀਨ ਜੀ ਦੁੱਖ ਵੀ ਦਿੰਦਾ ਕਈ ਗੱਲਾਂ ਦਾ। ਤੇ ਜਦੋਂ ਅੰਕੜੇ ਕੁਝ ਕਹਿ ਰਹੇ ਹੋਣ ਤੇ ਅਸਲੀਅਤ ਕੁਝ ਹੋਰ ਹੋਵੇ ਤੇ ਫਿਰ ਦੱਸੀਏ ਕੀ। ਹੁਣ ਪਰ ਇੰਨੀ ਕੋ ਗੱਲ ਅਸੀਂ ਕਰ ਲੈਂਦੇ ਆ ਵੀ ਦੱਸਿਆ ਜਾ ਰਿਹਾ ਸਰਕਾਰੀ ਅੰਕੜਿਆਂ ਮੁਤਾਬਕ ਕਿ ਭਾਰਤ ਵਿੱਚ 2 ਲੱਖ ਕੇਸ ਜਿਹੜੇ ਰੋਜ਼ਾਨਾ ਆ ਜਾਂਦੇ ਨੇ ਤੇ 3 ਲੱਖ ਦੇ ਆਸ-ਪਾਸ ਜਿਹੜੇ ਨੇ ਉਹ ਠੀਕ ਹੋ ਰਹੇ ਨੇ ਰੋਜ਼ਾਨਾ ਦੇ। ਸੋ ਠੀਕ ਹੋਣ ਵਾਲਿਆਂ ਦੀ ਗਿਣਤੀ ਵੱਧ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਿੰਨੇ ਸਰਕਾਰੀ ਅੰਕੜਿਆਂ ਮੁਤਾਬਕ ਮੌਤਾਂ ਅੱਜ ਤੋਂ 10 ਦਿਨ ਪਹਿਲਾਂ ਦੱਸੀਆਂ ਜਾ ਰਹੀਆਂ, ਮੌਤਾਂ ਉੱਥੇ ਕੀ ਹੋ ਰਹੀਆਂ ਨੇ ਰੋਜ਼ਾਨਾ, ਮੌਤਾਂ ਦੀ ਗਿਣਤੀ ਬਾਰੇ ਜਿਹੜੀ ਗੱਲ ਹੈ ਸਪਸ਼ਟ ਨਹੀਂ ਹੋ ਰਹੀ। ਪੰਜਾਬ ਵਿੱਚ ਵੀ ਸਥਿਤੀ ਇਸੇ ਤਰ੍ਹਾਂ ਹੀ ਆ। ਪੰਜਾਬ ਦੇ ਵਿੱਚ ਐਕਟਿਵ ਕੇਸ ਜਿਹੜੇ ਨੇ 40-50 ਹਜ਼ਾਰ ਦੇ ਆਸ-ਪਾਸ ਹੈਗੇ ਨੇ, ਜਿਹਦੇ 75,000 ਹੋ ਗਏ ਸਨ ਕਿਸੇ ਟਾਈਮ ਤੇ ਪਹਿਲਾਂ ਜਦੋਂ ਇਹ ਮਹਾਮਾਰੀ ਦਾ ਦੂਜਾ ਭਿਆਨਕ ਰੂਪ ਅਜੇ ਸਾਹਮਣੇ ਨਹੀਂ ਸੀ ਆਇਆ ਤੇ ਪੰਜਾਬ ਵਿੱਚ ਸਿਰਫ 3 ਜਾਂ 4 ਹਜ਼ਾਰ ਕੇਸ ਹੀ ਸਨ। ਤੇ ਪੰਜਾਬ ਵਿੱਚ ਇਹ ਵੀ ਇਸੇ ਤਰ੍ਹਾਂ ਦੀ ਸਥਿਤੀ ਹੈ। ਕੋਵਿਡ ਦੇ ਕੇਸ ਜਿਹੜੇ ਨੇ ਦਿਨ-ਬ-ਦਿਨ ਘਟ ਰਹੇ ਨੇ। ਸੋ ਇਹਦੇ ਬਾਰੇ ਅਸੀਂ ਕਹਿ ਸਕਦੇ ਹਾਂ ਕਿ ਥੋੜੀ ਜਿਹੀ ਠੱਲ ਪਈ ਹੈ। ਇਸ ਗੱਲ ਨੂੰ ਸਰਕਾਰ ਨੇ ਵੀ ਵੈਸੇ ਪਿਛਲੇ 1-2 ਦਿਨਾਂ 'ਚ ਹੀ ਮੰਨਿਆ ਕਿ ਕੋਵਿਡ ਨੂੰ ਥੋੜਾ ਜਿਹਾ ਮੋੜਾ ਪੈ ਚੁੱਕਾ ਹੈ। ਪਹਿਲਾਂ ਇਹ ਗੱਲ ਆਖ ਦਿੱਤੀ ਗਈ ਸੀ ਕਿ ਕੁਝ ਸਟੇਟਾਂ ਵਿੱਚ ਪੈ ਗਿਆ ਤੇ ਕਈਆਂ ਵਿੱਚ ਅਜੇ ਪੈਣਾ। ਹੁਣ ਇਸ ਮਾਮਲੇ ਦੇ ਵਿੱਚ ਜਿਹੜੇ ਸਟੇਟਾਂ ਦਾ ਨਾਮ ਲਿਆ ਗਿਆ ਸੀ ਉਹਨਾਂ ਵਿੱਚ ਪੰਜਾਬ ਵੀ ਸੀ ਕਿ ਇੱਥੇ ਅਜੇ ਤਾਂ ਨੂੰ ਜਾ ਸਕਦਾ ਹੈ ਗ੍ਰਾਫ, ਪਰ ਪੰਜਾਬ ਵਿੱਚ ਵੀ ਸਰਕਾਰੀ ਅੰਕੜਿਆਂ ਦੀ ਮੰਨ ਲਈਏ ਤੇ ਮੋੜਾ ਪੈ ਗਿਆ। ਆਕਸੀਜਨ ਦੀ ਸਪਲਾਈ ਵੀ ਜਿਹੜੀ ਹੈ, ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਸਨਅਤੀ ਅਦਾਰਿਆਂ ਨੇ ਜਿਹੜੀ ਇੰਡਸਟਰੀਅਲ ਆਕਸੀਜਨ ਹੁੰਦੀ ਹੈ ਉਸ ਬਾਰੇ ਮੰਗ ਕੀਤੀ ਹੈ ਕਿ ਉਹ ਹੁਣ ਖੋਲ੍ਹ ਦਿੱਤੀ ਜਾਵੇ ਤੇ ਸਾਨੂੰ ਦੇ ਦਿੱਤੀ ਜਾਵੇ, ਕਿਉਂਕਿ ਆਕਸੀਜਨ ਹੁਣ ਬਹੁਤ ਪਈ ਹੈ, ਬੈੱਡ ਖਾਲੀ ਪਏ ਨੇ, ਹਸਪਤਾਲ ਖਾਲੀ ਹੋ ਰਹੇ ਨੇ। ਇਹੋ ਜਿਹੀ ਕੋਈ ਗੱਲ ਨਹੀਂ। ਤੇ ਜਿਹੜਾ ਤੁਸੀਂ ਹੁਕਮ ਦਿੱਤਾ ਸੀ ਕਿ ਜਿਹੜੀ ਇਹ ਮੈਡੀਕਲ ਆਕਸੀਜਨ ਹੈ ਉਹ ਉੱਥੇ ਇੰਡਸਟਰੀਅਲ ਆਕਸੀਜਨ ਨੂੰ ਵਰਤ ਲਿਆ ਜਾਵੇ ਤੇ ਉਹ ਹੁਣ ਕੰਮ ਨਾ ਕੀਤਾ ਜਾਵੇ। ਹਾਂ,
ਇਹ ਬਲੈਕ ਫੰਗਸ ਦਾ ਥੋੜਾ ਜਿਹਾ ਡਾਊਟ ਜਿਹੜਾ ਹੈ ਅਜੇ ਬਣਿਆ ਹੋਇਆ, ਉਸ ਤੇ ਕੇਸ ਕਾਫੀ ਸਾਹਮਣੇ ਆ ਰਹੇ ਨੇ, ਪਰ ਖੋਜ ਚੱਲ ਰਹੀ ਹੈ, ਇਲਾਜ ਚੱਲ ਰਿਹਾ, ਉਸ ਦੀ ਦਵਾਈ ਦੀ ਘਾਟ ਵੀ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ। ਜੀ, ਵਿਚਾਰਾਂ ਦੀ ਚਰਚਾ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਨਿੱਕੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਜਿਵੇਂ ਤੁਸੀਂ ਹੁਣੇ ਹੀ ਕਿਹਾ ਕਿ ਮੋੜਾ ਪੈ ਗਿਆ ਦੂਜੀ ਲਹਿਰ ਨੂੰ, ਤੇ ਫਿਰ ਜਿਹੜੇ ਲਾਕਡਾਊਨ ਲੱਗੇ ਨੇ ਉਹ ਸਾਰੇ ਜਿਹੜੇ ਰਾਜ ਨੇ ਉਹ ਅਨਲੌਕ ਕਰ ਦੇਣਗੇ? ਇਹ ਮੋੜਾ ਜਿਹੜਾ ਪਿਆ ਹੈ, ਦੱਸਿਆ ਕਿ ਪਿਛਲੇ 45 ਦਿਨਾਂ ਵਿੱਚ ਸਭ ਤੋਂ ਘੱਟ ਕੇਸ ਆਏ ਨੇ। ਹੁਣ ਅਨਲੌਕ ਕੀਤਾ ਜਾਵੇਗਾ ਕਿ ਨਹੀਂ, ਇਸ ਬਾਰੇ ਜੇ ਤਾਂ ਸਿੱਖਿਆ ਲੈਣੀ ਹੋਵੇ ਪੁਰਾਣੀਆਂ ਗੱਲਾਂ ਤੋਂ ਸਵਲੀਨ ਜੀ, ਤੇ ਫਿਰ ਅਨਲੌਕ ਇੰਨੀ ਛੇਤੀ ਨਹੀਂ ਕੀਤਾ ਜਾਵੇਗਾ। ਲਾਕਡਾਊਨ ਜਿਨ੍ਹਾਂ ਦੇਸ਼ਾਂ ਦੇ ਵਿੱਚ ਲੱਗਾ ਹੋਇਆ ਸੀ ਪਿਛਲੇ ਸਾਲ, ਤੇ ਜਿਨ੍ਹਾਂ ਨੇ ਜਲਦੀ ਖੋਲਿਆ ਉਹਨਾਂ ਨੇ ਸਾਰਿਆਂ ਨੇ ਖਾਮਿਆਜ਼ਾ ਭੁਗਤਿਆ। ਬਿਲਕੁਲ। ਹੁਣ ਇਸ ਗੱਲ ਤੇ ਕਈ ਮਾਹਿਰਾਂ ਦੀ ਰਾਏ ਜਿਹੜੀ ਆ ਉਹ ਅਲੱਗ ਵੀ ਆ, ਉਹ ਮੈਂ ਤੁਹਾਨੂੰ ਦੱਸਦਾ ਕਿਉਂ। ਲਾਕਡਾਊਨ ਜਿਹੜਾ ਸੀ ਪਿਛਲੇ ਸਾਲ ਵਾਲਾ, ਅਨਲੌਕ ਜੂਨ ਜੁਲਾਈ ਦੇ ਵਿੱਚ ਸ਼ੁਰੂ ਕਰ ਦਿੱਤਾ ਗਿਆ ਸੀ ਕਿ ਉਦੋਂ ਤੋਂ ਪਿਛਲੇ ਸਾਲ 2020 ਦੇ ਵਿੱਚ ਕਿ ਹੁਣ ਥੋੜ੍ਹੇ ਜਿਹੜੇ ਸੀ ਖੋਲ੍ਹਣਾ ਸ਼ੁਰੂ ਕਰ ਦਿਓ, ਕਾਰੋਬਾਰ ਖੁੱਲ੍ਹ ਗਏ, ਅਦਾਰੇ ਖੁੱਲ੍ਹ ਗਏ, ਸਕੂਲ ਵੀ ਖੁੱਲ੍ਹ ਗਏ, ਸਿਨੇਮਾ ਘਰ ਹੌਲੀ ਹੌਲੀ ਖੋਲ੍ਹ ਦਿੱਤੇ ਗਏ। ਤੇ ਮਾਹਿਰ ਇਹ ਕਹਿੰਦੇ ਨੇ ਕਿ ਦੂਸਰੀ ਜਿਹੜੀ ਲਹਿਰ ਆਈ ਆ ਉਹ ਫਰਵਰੀ ਮਾਰਚ ਵਿੱਚ ਆਈ ਆ, ਤੇ ਇਹਦਾ ਮਤਲਬ ਇਹ ਹੋਇਆ ਵੀ ਉਹਦੇ ਨਾਲ ਕੋਈ ਸੰਬੰਧ ਨਹੀਂ, ਪਰ ਸੰਬੰਧ ਹੈ, ਸੰਬੰਧ ਹੀ ਹੈ। ਬੇਸਿਕਲੀ ਇਹੋ ਹੀ ਸੰਬੰਧ ਹੈ। ਇਹ ਦੂਸਰਾ ਵੇਰੀਐਂਟ ਆਉਣਾ ਸੀ, ਇਸ ਗੱਲ ਦਾ ਪੱਕਾ ਸੀ। ਮਾਹਿਰ ਵਿਗਿਆਨੀ ਇਹ ਕਹਿ ਰਹੇ ਸਨ ਕਿ ਇਸ ਦਾ ਦੂਜਾ ਰੂਪ ਜ਼ਰੂਰ ਆਵੇਗਾ ਤੇ ਤੀਜਾ ਵੀ ਆ ਸਕਦਾ ਹੈ। ਸਪੈਨਿਸ਼ ਫਲੂ ਦਾ ਜਿਹੜਾ ਇਤਿਹਾਸ ਹੈ, ਉਹ ਸਪੈਨਿਸ਼ ਫਲੂ ਦਾ ਇਤਿਹਾਸ ਵੀ ਇਹ ਹੋਇਆ ਕਿ ਦੂਸਰੀ ਲਹਿਰ ਪਹਿਲੀ ਦੇ ਨਾਲੋਂ ਜ਼ਿਆਦਾ ਮਾਰੂ ਸਾਬਤ ਹੋਈ ਸੀ, ਘਾਤਕ ਸਾਬਤ ਹੋਈ ਸੀ। ਹੁਣ ਇੱਥੇ ਜੇ ਸਿੱਖਿਆ ਲਈ ਜਿਹੜੇ ਮੁਲਕਾਂ ਨੇ ਪਹਿਲੀ ਲਹਿਰ ਦੇ ਵਿੱਚ ਜ਼ਿਆਦਾ ਰਗੜੇ ਖਾਧੇ, ਤੇ ਉਹ ਦੂਸਰੀ ਦੇ ਵਿੱਚ ਅਨਲੌਕ ਕਰਨ ਲਈ ਤੇ ਆਪਣੇ ਸਿਸਟਮ ਨੂੰ ਅਪਗ੍ਰੇਡ ਕਰਨ ਲਈ ਜਿਨ੍ਹਾਂ ਨੇ ਸਮਾਂ ਤੇ ਜਿਨ੍ਹਾਂ ਨੇ ਰਿਸੋਰਸਿਸ, ਜਿਨ੍ਹਾਂ ਨੇ ਖੋਜ ਕਾਰਜ ਤੇ ਸਰਕਾਰ ਨੇ ਦਿਲਚਸਪੀ ਵਿਖਾਈ, ਉਹ ਠੀਕ ਰਹਿ ਗਏ ਨੇ। ਦੱਖਣੀ ਕੋਰੀਆ ਨੇ ਬਹੁਤ ਜ਼ੋਰਦਾਰ ਤਰੀਕੇ ਨਾਲ ਉਹਨਾਂ ਨੇ ਕਾਮਯਾਬੀ ਹਾਸਲ ਕੀਤੀ, ਨਿਊਜ਼ੀਲੈਂਡ, ਆਸਟ੍ਰੇਲੀਆ, ਤੇ ਅਸੀਂ ਫਿਰ ਭਾਰਤ ਵਾਲੇ ਕਹਿੰਦੇ ਨੇ ਦੇਖੋ ਜੀ ਉਹਨਾਂ ਮੁਲਕਾਂ ਨਾਲ ਸਾਡਾ ਮੁਕਾਬਲਾ ਕੀ ਹੈ, ਤੇ ਫਿਰ ਸਾਡਾ ਮੁਕਾਬਲਾ ਕਿਹਦੇ ਨਾਲ ਹੈ? ਉਹ ਸਾਨੂੰ ਇਹ ਵੀ ਤਾਂ ਸੋਚਣਾ ਪਏਗਾ। ਤੇ ਜਿਨ੍ਹਾਂ ਨਾਲ ਮੁਕਾਬਲਾ ਉਹਨਾਂ ਨਾਲੋਂ ਅਸੀਂ ਬਿਹਤਰ ਕਰ ਰਹੇ ਹਾਂ ਕਿ ਉਹਨਾਂ ਤੋਂ ਵੀ ਥੱਲੇ ਚਲੇ ਗਏ ਹਾਂ। ਹੁਣ ਇਹਦੇ ਬਾਰੇ ਇਹੋ ਹੀ ਸਵਲੀਨ ਜੀ ਗੱਲ ਹੈ ਕਿ ਛੇਤੀ ਨਹੀਂ ਖੁੱਲ੍ਹਣਾ ਚਾਹੀਦਾ। ਮਾਹਿਰ ਇਹ ਕਹਿ ਰਹੇ ਨੇ ਕਿ ਅਨਲੌਕ ਦਾ ਇੱਕ ਪ੍ਰੋਪਰ ਤਰੀਕਾ ਜਿਹੜਾ ਹੈ ਉਹ ਅਪਣਾਉਣਾ ਪਏਗਾ। ਅਨਲੌਕ ਹੋ ਸਕਦਾ ਹੈ ਹੁਣ, ਪਰ ਤੀਜਾ ਵੇਰੀਐਂਟ ਵੀ ਆ ਸਕਦਾ ਹੈ, ਤੀਸਰੀ ਲਹਿਰ ਵੀ ਆ ਸਕਦੀ ਹੈ। ਉਸ ਲਈ ਪਹਿਲਾਂ ਤੋਂ ਤਿਆਰੀ ਜਿਹੜੀ ਹੈ ਉਹ ਕੀਤੀ ਜਾਣੀ ਚਾਹੀਦੀ ਹੈ। ਹੁਣ ਭਾਰਤ ਕਿਉਂ ਫੇਲ ਹੋਇਆ ਇਸ ਮਾਮਲੇ ਤੇ? ਇਸ ਦੇ 3 ਮੁੱਖ ਕਾਰਨ ਦੱਸੇ ਜਾ ਰਹੇ ਨੇ। ਨੰਬਰ 1, ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾ ਦਿੱਤੀਆਂ ਗਈਆਂ ਜਦੋਂ ਅਨਲੌਕ ਕੀਤਾ ਗਿਆ। ਵੱਡੇ ਇਕੱਠ ਜਿਨ੍ਹਾਂ ਵਿੱਚ ਸਰਕਾਰਾਂ ਨੇ ਤੇ ਸਰਕਾਰੀ ਨੁਮਾਇੰਦਿਆਂ ਨੇ, ਵੱਡੀਆਂ ਪਾਰਟੀਆਂ ਨੇ, ਰਾਜਨੀਤਿਕ ਦੇ ਰੈਲੀਆਂ ਦੇ ਇਕੱਠ ਜਿਹੜੇ ਸੀ ਸ਼ੁਰੂ ਕਰ ਦਿੱਤੇ। ਧਾਰਮਿਕ ਇਕੱਠਾਂ ਨੂੰ ਪ੍ਰਵਾਨਗੀ ਵੱਡੇ ਪੱਧਰ ਤੇ ਦਿੱਤੀ ਗਈ, ਔਰ ਇਸ ਤਰ੍ਹਾਂ ਧਾਰਮਿਕ ਜਿਹੜੇ ਮੇਲੇ ਵਗੈਰਾ ਜਾਂ ਕੋਈ ਜਿਹੜੇ ਮਹਾਕੁੰਭ ਵਰਗੇ ਜਿਹੜੀਆਂ ਚੀਜ਼ਾਂ ਜਿਹੜੇ ਵੀ ਤਿਉਹਾਰ ਹੁੰਦੇ ਨੇ ਉਹਨਾਂ ਵਿੱਚ ਪੂਰੀ ਖੁੱਲ੍ਹ ਦੇ ਦਿੱਤੀ ਗਈ। ਪਿਛਲੇ ਸਾਲ ਵੱਲ ਮੈਂ ਤੁਹਾਨੂੰ ਪੰਜਾਬ ਦੀ ਗੱਲ ਮੈਂ ਰਿਵਾਈਂਡ ਕਰ ਦੇਵਾਂ। ਅਨੰਦਪੁਰ ਸਾਹਿਬ ਦੇ ਵਿੱਚ ਹੋਲਾ ਮਹੱਲੇ ਦਾ ਪੁਰਬ ਹੁੰਦਾ ਹੈ। ਹੋਲੇ ਮਹੱਲੇ ਦੇ ਮੌਕੇ ਤੇ ਹੁਣ ਪਹਿਲੇ ਪੰਜਾਬ ਦੇ ਜਿਹੜੇ ਪੇਸ਼ੈਂਟ ਜਾਂ ਦੂਜੇ ਤੀਜੇ ਵਿਚਾਰੇ ਬਜ਼ੁਰਗ ਬਲਦੇਵ ਸਿੰਘ ਪਠਲਾਵੇ ਵਾਲੇ ਜੋ ਇਟਲੀ ਤੋਂ ਆਏ ਸਨ, ਉਹ ਕਹਿੰਦੇ ਸੀ ਕਿ ਉਹ ਤਾਂ ਹੋਲੇ ਮਹੱਲੇ ਤੇ ਗਏ ਸੀ ਤੇ ਪਤਾ ਨਹੀਂ ਕਿੰਨੀ ਦੁਨੀਆ ਨੂੰ ਉਹਨਾਂ ਨੇ ਵਾਇਰਸ ਫੈਲਾ ਦਿੱਤਾ, ਤੇ ਹੋਇਆ ਕੀ? ਕੁਝ ਨਹੀਂ। ਪਰ ਹੁਣ ਉਹ ਵੀ ਹੋਇਆ, ਕੁੰਭ ਵੀ ਹੋਇਆ, ਤੇ ਹੋਰ ਜਿਹੜੇ ਧਰਮਾਂ ਨੇ ਵੀ ਆਪਣੇ ਜਿਹੜੇ ਨਗਰ ਕੀਰਤਨ ਵੀ ਸਿਆਲਾਂ ਦੇ ਵਿੱਚ ਸਭ ਕੁਝ ਚੱਲਦਾ ਰਿਹਾ। ਹੁਣ ਮੈਂ ਨਹੀਂ ਕਹਿ ਕੇ ਧਰਮ ਦੇ ਅਗੇਂਸਟ ਨਹੀਂ ਇਹ ਗੱਲ, ਪਰ ਇਸ ਤਰ੍ਹਾਂ ਦੇ ਇਕੱਠਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ। ਸੋ ਇੱਕ ਮੈਂ ਕਾਰਨ ਇਹ ਦੱਸਿਆ ਸੋਸ਼ਲ ਡਿਸਟੈਂਸਿੰਗ ਦਾ, ਦੂਸਰਾ ਇਸ ਤਰ੍ਹਾਂ ਦੇ ਇਕੱਠਾਂ ਨੂੰ ਪ੍ਰਵਾਨਗੀ, ਤੀਸਰਾ ਮਾਸਕ। ਇਹ 3 ਕਾਰਨ ਜਿਹੜੇ ਹਨ ਵਿਗਿਆਨੀਆਂ ਵੱਲੋਂ ਦੱਸੇ ਗਏ ਨੇ ਕਿ 3 ਵੱਡੇ ਕਾਰਨ ਨੇ ਜਿਨ੍ਹਾਂ ਕਰਕੇ ਭਾਰਤ ਨੇ ਘਾਟਾ ਖਾਧਾ ਹੈ ਤੇ ਇੰਨੀ ਵੱਡੀ ਜਿਹੜੀ ਆ ਸਾਨੂੰ ਤਰਾਸਦੀ ਝੱਲਣੀ ਪਈ ਆ, ਮਹਾਮਾਰੀ ਦਾ ਭਿਆਨਕ ਰੂਪ ਸਾਨੂੰ ਵੇਖਣਾ ਪਿਆ। ਸੋ ਅਨਲੌਕ ਇਹ ਕਹਿ ਰਹੇ ਨੇ ਵਿਗਿਆਨੀ ਕਿ ਜੇ ਤੁਸੀਂ ਭਾਈ ਅਨਲੌਕ ਕਰਨਾ ਹੈ ਤੇ ਅਨਲੌਕ ਕਰੋ, ਪਰ ਆਹ ਗੱਲਾਂ ਦਾ ਖਿਆਲ ਰੱਖ ਕੇ ਲੋਕਾਂ ਤੇ ਸਖਤੀ ਕਰੋ। ਇੱਕ ਮਾਸਕ ਤੇ ਸੋਸ਼ਲ ਡਿਸਟੈਂਸਿੰਗ ਤੇ ਲੋਕਾਂ ਨੂੰ ਗੱਲ ਵਾਰ-ਵਾਰ ਸਮਝਾਉਣੀ ਪਏਗੀ ਕਿ ਭਾਈ ਸੋਸ਼ਲ ਡਿਸਟੈਂਸਿੰਗ ਜਿਹੜੀ ਹੈ ਇਹ ਬਹੁਤ ਜ਼ਰੂਰੀ ਹੈ, ਮਾਸਕ ਬਹੁਤ ਜ਼ਰੂਰੀ ਹੈ। ਇਸ ਤੋਂ ਛੇਤੀ ਇਹ ਕੰਮ ਨਾ ਕਰੋ। ਅਸੀਂ ਅਮਰੀਕਾ ਨਹੀਂ, ਉੱਥੇ 40% ਨੂੰ ਡਬਲ ਡੋਜ਼ ਦੇ ਲਾਗੇ ਲੱਗ ਚੁੱਕੀ ਹੈ ਤੇ ਸਾਡੇ 2% ਨੂੰ ਡਬਲ ਡੋਜ਼ ਲੱਗੀ ਹੈ ਜੀ, ਤੇ ਅਸੀਂ ਇਸ ਤਰ੍ਹਾਂ ਮਾਸਕ ਜਿਹੜੇ ਹਨ ਉਹਨਾਂ ਨੂੰ ਛੱਡ ਨਹੀਂ ਸਕਦੇ। ਤੇ ਜਿਹੜੀ ਹੈ ਟੀਕਿਆਂ ਦੀ ਗੱਲ, ਇਹ ਵੀ ਇੱਕ ਵੱਡਾ ਕਾਰਨ ਜਿਹੜਾ ਹੈ ਉਹ ਦੱਸਿਆ ਗਿਆ ਕਿ ਇਹਦੇ ਕਰਕੇ ਭਾਰਤ ਨੂੰ ਵੱਡਾ ਖਮਿਆਜ਼ਾ ਭੁਗਤਣਾ ਪਿਆ। ਪਰ ਟੀਕੇ ਲਗਾਤਾਰ ਜੇ ਸਰਕਾਰ ਇਹਦੀ ਰਫ਼ਤਾਰ ਵਧਾ ਦੇਵੇ ਤੇ ਉਹ 3 ਮੁੱਦੇ ਜਿਹੜੇ ਮੈਂ ਪਹਿਲਾਂ ਦੱਸੇ ਨੇ ਉਹਨਾਂ ਤੇ ਕੰਮ ਕਰ ਲਿਆ ਜਾਵੇ ਤੇ ਤੀਸਰੀ ਲਹਿਰ ਸਾਡਾ ਬਹੁਤਾ ਕੁਝ ਵਿਗਾੜ ਨਹੀਂ ਸਕੇਗੀ। ਇਹ ਮਾਹਿਰਾਂ ਦਾ ਕਹਿਣਾ ਹੈ। ਤੁਸੀਂ ਟੀਕਿਆਂ ਦੀ ਗੱਲ ਕਰ ਰਹੇ ਆ ਤੇ ਪਿਛਲੇ ਦਿਨਾਂ 'ਚ ਅਸੀਂ ਖਬਰਾਂ ਦੇਖੀਆਂ ਟੀਕਿਆਂ ਦੀ ਬਹੁਤ ਭਾਰੀ ਕਿੱਲਤ ਸੀ, ਤੇ ਇਸ ਵੇਲੇ ਕੀ ਸਥਿਤੀ ਹੈ ਮੁਲਕ ਦੀ? ਪੰਜਾਬ ਸਰਕਾਰ ਕਹਿੰਦੀ ਹੈ ਸਾਡੇ ਕੋਲ ਸਿਰਫ 50,000 ਦਾ ਰਿਜ਼ਰਵ ਦਾ ਸਟਾਕ ਹੈ।
ਇਹਨਾਂ ਦੇ ਹੈਲਥ ਸੈਕਟਰੀ ਨੇ ਗੱਲ ਆਖੀ ਹੈ ਕਿ ਇਹ ਉਹ ਨੇ ਜਿਹੜੇ ਅਸੀਂ ਕੋਈ ਖਾਸ ਕਿਸਮ ਦੇ ਮੈਡੀਕਲ ਸਟਾਫ ਜਾਂ ਕੋਈ ਹੋਰ ਲੋਕਾਂ ਨੂੰ ਜਿਨ੍ਹਾਂ ਨੂੰ ਅਸੀਂ ਲੋਕਾਂ ਦੀ ਸੇਵਾ ਵਾਸਤੇ ਲਾਉਣਾ ਸਾਨੂੰ ਰੱਖਣਾ ਪੈਣਾ ਸਟਾਕ ਦੇ ਵਿੱਚ। ਜੀ ਹੁਣ ਭਾਰਤ ਕੋਲ ਅਸਲ ਜਿਹੜੀ ਸਬਲੇਜੀ ਗੱਲ ਹੈ ਉਹ ਇਹ ਹੈ ਕਿ ਭਾਰਤ ਕੋਲ 3 ਟੀਕਿਆਂ ਦੀ ਆਪਸ਼ਨ ਹੈ ਸਿਰਫ। ਇੱਕ ਟੀਕਾ ਹੈ ਭਾਰਤ ਬਾਇਓਟੈਕ ਦਾ ਕੋਵੈਕਸਿਨ, ਤੇ ਉਹਦੇ ਬਾਰੇ ਲੋਕਾਂ ਦੀਆਂ ਰਿਜ਼ਰਵੇਸ਼ਨ ਨੇ, ਲੋਕ ਕਈ ਉਹ ਲਵਾਉਣਾ ਹੀ ਨਹੀਂ ਚਾਹੁੰਦੇ, ਤੇ ਭਾਰਤ ਦਾ ਆਪਣਾ ਬਣਿਆ ਹੋਇਆ ਟੀਕਾ ਸਾਡੇ ਆਪਣੇ ਲੋਕ ਨਹੀਂ ਲਵਾਉਣਾ ਚਾਹੁੰਦੇ, ਸੋ ਲਵਾਏ ਵੀ ਨੇ। ਉਸ ਦੇ ਬਾਰੇ ਚੰਗੀਆਂ ਰਿਪੋਰਟਾਂ ਵੀ ਆਈਆਂ ਨੇ ਆਪਣੇ। ਮੈਂ ਕੋਈ ਤਕਨੀਕੀ ਤੌਰ ਤੇ ਇਸ ਦੇ ਬਾਰੇ ਕੋਈ ਆਖ ਨਹੀਂ ਸਕਦਾ ਕਿ ਉਹ ਠੀਕ ਹੈ ਜਾਂ ਵਧੀਆ ਹੈ ਜਾਂ ਮਾੜਾ ਜਾਂ ਚੰਗਾ ਜੋ ਵੀ ਹੈ, ਪਰ ਇਹ ਮਾਹਰਾਂ ਨੇ ਦੱਸਣਾ। ਪਰ ਉਸ ਦੇ ਬਾਰੇ ਰਿਪੋਰਟਾਂ ਠੀਕ ਠਾਕ ਆਈਆਂ ਨੇ, ਕਈ ਦੇਸ਼ਾਂ ਦੇ ਵਿੱਚ ਵੀ ਉਹ ਵਰਤਿਆ ਜਾ ਸਕਦਾ ਹੈ, ਤੇ ਮਾਹਰਾਂ ਨੇ ਕਿਹਾ ਕਿ ਇਹ ਕਈ ਜਗ੍ਹਾ ਤੇ ਨਵੇਂ ਵੇਰੀਐਂਟਸ ਤੇ ਸਹੀ ਕੰਮ ਕਰਦਾ ਹੈ ਤੇ ਛੋਟੀ ਉਮਰ 'ਚ ਵੀ ਸਹੀ ਕੰਮ ਕਰਦਾ ਹੈ। ਹੁਣ ਹੈ ਕੋਵਿਸ਼ੀਲਡ। ਉਹ ਕੋਵਿਸ਼ੀਲਡ ਪਹਿਲਾਂ ਤਾਂ ਇਹ ਕਿ ਭਾਰਤ ਦਾ ਟੀਕਾ, ਉਹ ਭਾਰਤ ਦਾ ਟੀਕਾ ਨਹੀਂ ਭਾਈ, ਸਿਰਫ ਭਾਰਤ ਦੀ ਫੈਕਟਰੀ ਵਿੱਚ ਬਣ ਰਿਹਾ, ਹੋਰਨਾਂ ਮੁਲਕਾਂ ਵਿੱਚ ਵੀ ਬਣ ਰਿਹਾ। ਤਕਨੀਕ ਆਈ ਹੈ, ਉਹ ਭਾਰਤ ਦੇ ਵਿੱਚ ਪੈਕ ਹੋ ਰਹੀ ਹੈ ਤੇ ਟੀਕਾ ਬਣ ਰਿਹਾ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਟੀਕਿਆਂ ਦਾ ਨਿਰਮਾਤਾ ਮੁਲਕ ਹੈ, ਪਰ ਬਦਕਿਸਮਤੀ ਇਹ ਹੈ ਕਿ ਇੱਕ ਪ੍ਰਾਈਵੇਟ ਕੰਪਨੀ ਨੇ ਇਹ ਗੱਲ ਸੋਚੀ ਕਿ ਅਸੀਂ ਐਸਟਰਾਜ਼ੈਨਕਾ ਤੇ ਆਕਸਫੋਰਡ ਦੀ ਜਿਹੜੀ ਸਾਂਝੀ ਖੋਜ ਹੈ, ਐਸਟਰਾਜ਼ੈਨਕਾ ਕੰਪਨੀ ਹੈ ਤੇ ਆਕਸਫੋਰਡ ਯੂਨੀਵਰਸਿਟੀ ਹੈ, ਉਹਨਾਂ ਦੀ ਸਾਂਝੀ ਖੋਜ ਨੂੰ ਅਸੀਂ ਕਾਬੂ ਕਰ ਲਈਏ ਤੇ ਅਸੀਂ ਇੱਕ ਟੀਕਾ ਬਣਾਈਏ ਤੇ ਅਸੀਂ ਖੂਬ ਪੈਸੇ ਬਣਾਵਾਂਗੇ ਤੇ ਦੁਨੀਆ ਨੂੰ ਬਣਾ ਕੇ ਦੇਵਾਂਗੇ। ਤੇ ਭਾਰਤ ਵਾਲੇ ਡੀਂਗਾ ਮਾਰਨ ਲੱਗ ਪਏ ਕਿ ਅਸੀਂ ਤੇ ਵੇਚਣੇ ਨੇ, ਉਹਨੂੰ ਵੀ ਵੇਚੇ ਨੇ, ਉੱਥੇ ਵੀ ਵੇਚੇ ਨੇ। ਦੇਖੋ ਭਾਰਤ ਤੋਂ ਟੀਕੇ ਜਾ ਦੁਨੀਆ ਦੀ ਸੇਵਾ ਕਰਾਂਗੇ ਤੇ ਲੋੜ ਸਾਨੂੰ ਆਪੂ ਨੂੰ ਸਭ ਤੋਂ ਵੱਧ ਪੈ ਗਈ। ਆਪਣਾ ਬੋਝਾ ਅਸੀਂ ਖਾਲੀ ਕਰ ਲਿਆ। ਹੁਣ ਉਹ ਟੀਕਾ ਸਾਡੇ ਕੋਲ ਤੇ ਹੋਰ ਅਸੀਂ ਆਪਸ਼ਨ ਹੀ ਕੋਈ ਰੱਖੀ ਨਾ। ਜੇ ਉਹ ਪ੍ਰਾਈਵੇਟ ਕੰਪਨੀ ਵਾਲੇ ਜਿਹੜੀ ਕਿ ਸੀਰਮ ਇੰਸਟੀਚਿਊਟ ਆਫ ਇੰਡੀਆ ਆਧਾਰ ਪੂਨਾਵਾਲਾ ਦੀ ਕੰਪਨੀ ਹੈ, ਜੋ ਉਹ ਵੀ ਇਹ ਨਾ ਸੋਚਦੇ ਕਿ ਅਸੀਂ ਕੋਈ ਟੀਕਾ ਹਾਸਲ ਕਰ ਲਈਏ ਬਾਹਰੋਂ, ਤਾਂ ਫਿਰ ਸਾਡੇ ਕੋਲ ਕੀ ਹੁੰਦਾ। ਤੀਸਰਾ ਟੀਕਾ ਸਪੁਤਨਿਕ ਹੈ, ਰੂਸ ਦਾ ਬਣਿਆ, ਜਿਹਨੂੰ ਬਹੁਤ ਸਾਰੇ ਦੇਸ਼ ਇਨਕਾਰ ਕਰ ਚੁੱਕੇ ਨੇ। ਜਿਹੜੇ ਦੁਨੀਆ ਦੇ ਵਿੱਚ ਸਭ ਤੋਂ ਪਹਿਲਾਂ ਟੀਕੇ ਬਣੇ ਸਵਲੀਨ, ਉਹ ਟੀਕਿਆਂ ਦੇ ਵਿੱਚੋਂ ਇੱਕ ਰਸ਼ੀਆ ਵਾਲਾ ਟੀਕਾ ਹੈ। ਰਸ਼ੀਆ ਵਾਲੇ ਕਹਿੰਦੇ ਨੇ ਉਹਨਾਂ ਦੇ ਰਾਸ਼ਟਰਪਤੀ ਕਿ ਜਿਵੇਂ ਸਾਡੀ AK-47 ਕੋਲਟ ਰਾਈਫਲਾਂ ਜਿਹੜੀਆਂ ਸਾਡੀਆਂ ਕਲੈਸ਼ਨਕੋਵ ਜਿਹੜੀਆਂ ਰਾਈਫਲਾਂ ਨੇ, ਜਿਵੇਂ ਸੈਮੀ ਆਟੋਮੈਟਿਕ ਨੇ ਹਥਿਆਰ, ਜਿਹਨੇ ਲੋਕੀ ਉਹਨਾਂ ਤੇ ਟਰਸਟ ਕਰਦੇ ਨੇ, ਉਹਨਾਂ ਟਰਸਟ ਤੁਸੀਂ ਇਹਨਾਂ ਤੇ ਕਰੋ। ਤੇ ਹੁਣ ਉਹਨਾਂ ਦੇ ਕਹਿਣ ਦੀ ਗੱਲ ਹੈ ਟਰਸਟ, ਪਰ ਇਸ ਤਰ੍ਹਾਂ ਨਹੀਂ ਬਣਦਾ। ਟਰਸਟ ਦੇ ਟ੍ਰਾਇਲ ਦੇ ਥਰੂ ਹੀ ਹੋਣਾ। ਹੁਣ ਸਪੁਤਨਿਕ ਭਾਰਤ ਵਿੱਚ ਪ੍ਰੋਡਿਊਸ ਹੋਣਾ ਸ਼ੁਰੂ ਹੋ ਗਿਆ। ਕੁੱਲ ਮਿਲਾ ਕੇ 3 ਹੀ ਕਿਸਮਾਂ ਦੇ ਟੀਕੇ ਨੇ। ਫਾਈਜ਼ਰ ਨਾਲ ਅਜੇ ਵੀ ਸਿੰਘ ਫਸੇ ਹੋਏ ਨੇ, ਮਾਡਰਨਾ ਵਾਲੇ ਵੀ ਕੋਈ ਹਾਂ ਨਹੀਂ ਕਰ ਰਹੇ, ਤੇ ਜੌਨਸਨ ਨੇ ਤੇ ਜੌਨਸਨ ਐਂਡ ਜੌਨਸਨ ਨਾਲ ਤੇ ਗੱਲ ਹੀ ਨਹੀਂ ਚੱਲ ਰਹੀ। ਇਸ ਕਰਕੇ ਟੀਕਿਆਂ ਦੀ ਕਿੱਲਤ ਹੈ। ਦਿੱਲੀ ਸਰਕਾਰ ਆਪਣੇ ਤੌਰ ਤੇ ਕਹਿ ਰਹੀ ਹੈ ਕਿ ਸਾਡੇ ਕੋਲ ਟੀਕੇ ਨਹੀਂ, ਤੇ ਸਰਕਾਰ ਜਿੰਨੇ ਟੀਕੇ ਸਾਨੂੰ ਬਣਦੀ ਹੈ ਉਹ ਨਹੀਂ ਦੇ ਰਹੀ। ਪੰਜਾਬ 'ਚ ਸਰਕਾਰ ਨੇ ਕਹਿ ਦਿੱਤਾ, ਮੈਂ ਪਹਿਲਾਂ ਦੱਸਿਆ। ਤੇ ਪੰਜਾਬ ਵਿੱਚ ਇੱਕ ਹੋਰ ਇਨੀਸ਼ੀਏਟਿਵ ਆ, ਉਹ ਜੇ ਤਾਂ ਟੀਕਿਆਂ ਦੇ ਹਿਸਾਬ ਨਾਲ ਦੇਖੀਏ ਤੇ ਉਹ ਇਨੀਸ਼ੀਏਟਿਵ ਵਧੀਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਇਹ ਸਾਂਝੇ ਤੌਰ ਤੇ ਇਨੀਸ਼ੀਏਟਿਵ ਜਿਹੜਾ ਹੈ ਲਿਆ ਗਿਆ। ਇਹ ਨਹੀਂ ਪਤਾ ਕਿ ਫੰਡਿੰਗ ਕਿੰਨੀ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਅਸੀਂ 50-60 ਲੱਖ ਰੁਪਈਆ ਖਰਚ ਕੇ ਜਿਹੜੀਆਂ ਡੋਜ਼ਾਂ ਨੇ ਉਹ ਇਕੱਠੀਆਂ ਕੀਤੀਆਂ ਨੇ, ਤੇ 3 ਤਖਤ ਜਿਹੜੇ ਪੰਜਾਬ ਵਿੱਚ ਨੇ, ਤਖਤ ਸ੍ਰੀ ਅਕਾਲ ਤਖਤ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਇਹਨਾਂ ਤਿੰਨਾਂ ਦੇ ਵਿੱਚ ਅਸੀਂ ਸੈਂਟਰ ਬਣਾ ਕੇ ਜਿਹੜੇ ਹਨ ਲੋਕਾਂ ਨੂੰ ਫ੍ਰੀ ਟੀਕੇ ਲਾਉਣੇ ਨੇ, ਖਰਚਾ ਸਾਡਾ ਹੋਵੇਗਾ। ਤੇ ਅੰਮ੍ਰਿਤਸਰ ਦੇ ਵਿੱਚ ਸ਼ੁਰੂ ਹੋ ਗਈ ਹੈ, ਤੇ ਖੂਬ ਟੀਕੇ ਤੇ ਪਤਾ ਨਹੀਂ ਕਿੰਨੇ ਲੱਗੇ ਤੇ ਕਿੰਨੇ ਉਹਨਾਂ ਕੋਲ ਸੀ ਤੇ ਉਹਨਾਂ ਨੇ ਕਿੱਥੋਂ ਲਏ ਨੇ ਤੇ ਕਿਹੜੇ ਟੀਕੇ ਨੇ ਇਹ ਨਹੀਂ ਦੱਸਿਆ ਗਿਆ, ਪਰ ਫੋਟੋਆਂ ਵਾਵਾ ਖਿੱਚ ਹੋਈਆਂ ਨੇ। ਤੇ ਪ੍ਰਧਾਨ ਸਾਹਿਬ ਉੱਥੇ ਖੁਦ ਪਹੁੰਚੇ ਨੇ, ਤੇ ਸਾਬਕਾ ਉਪ ਮੁੱਖ ਮੰਤਰੀ ਸਾਹਿਬ ਤੇ ਬੀਬੀ ਜਗੀਰ ਕੌਰ ਜੀ ਵੀ ਉੱਥੇ ਸਨ, ਤੇ ਇਹ ਸਾਰੇ ਆਗੂ ਪਹੁੰਚੇ ਨੇ ਤੇ ਉੱਥੇ ਟੀਕੇ ਲੱਗ ਰਹੇ ਨੇ। ਕਤਾਰ ਲੱਗੀ ਹੋਈ ਹੈ। ਦੂਸਰੇ ਤਖਤਾਂ ਤੇ ਵੀ ਜਿਹੜੇ ਹਨ ਉੱਥੇ ਟੀਕੇ ਆਉਣ ਵਾਲੇ ਦਿਨਾਂ ਵਿੱਚ ਪਹੁੰਚਣ ਦੀ ਸੰਭਾਵਨਾ ਹੈ। ਚਲੋ ਜਿਵੇਂ ਵੀ ਹੈ, ਮੈਂ ਸਮਝਦਾ ਕਿ ਪਬਲਿਕ ਤੇ ਟੀਕੇ ਲੱਗਣੇ, ਵੈਕਸੀਨੇਸ਼ਨ ਹੋਣੀ ਉਹਨਾਂ ਦੀ ਜ਼ਰੂਰੀ ਹੈ। ਇਹ ਸਥਿਤੀ ਹੈ। ਤੁਸੀਂ ਕਹਿ ਰਹੇ ਵੈਕਸੀਨੇਸ਼ਨ ਹੋਣੀ ਜ਼ਰੂਰੀ ਹੈ। ਰਾਮਦੇਵ ਕਹਿੰਦਾ ਵੀ ਜਿਨ੍ਹਾਂ ਨੂੰ ਟੀਕੇ ਲੱਗੇ, ਈਵਨ ਜਿਨ੍ਹਾਂ ਨੂੰ 2-2 ਟੀਕੇ ਲੱਗੇ, ਉਹ ਵੀ ਮਰ ਰਹੇ ਨੇ। ਰਾਮਦੇਵ ਸਾਹਿਬ ਤੇ ਏਡੇ ਵੱਡੇ ਡਾਕਟਰ ਨੇ, ਹੁਣ ਅਸੀਂ ਕੀ ਆਖ ਸਕਦੇ ਹਾਂ। ਰਾਮਦੇਵ ਸਾਹਿਬ ਦੀਆਂ ਥਿਊਰੀਆਂ ਉਹੀ ਜਾਣਦੇ ਨੇ। ਉਹਨਾਂ ਦੀਆਂ ਮੈਂ ਜੇ ਪਿਛਲੀਆਂ ਸਟੇਟਮੈਂਟਸ ਅਸੀਂ ਸਵਲੀਨ ਜੀ ਪਿਛਲੀਆਂ ਫੋਲ ਕੇ ਦੇਖ ਰਹੀਏ, ਤੇ ਬਾਬਾ ਰਾਮਦੇਵ ਕਈ ਵਾਰੀ ਆਪਣੀਆਂ ਗੱਲਾਂ ਹੀ ਕੱਟ ਜਾਂਦੇ ਨੇ। ਉਹਨਾਂ ਦੇ ਕੋਲ ਕੋਈ ਫਾਰਮਲ ਡਿਗਰੀ ਨਹੀਂ ਹੈ, ਗੱਲ ਅਸੀਂ ਪਹਿਲਾਂ ਵੀ ਕਰ ਚੁੱਕੇ ਹਾਂ। ਨਾ ਉਹਨਾਂ ਦੇ ਜਿਹੜੇ ਪਤੰਜਲੀ ਪੀਠ ਦੇ ਹੈੱਡ ਨੇ, ਨਾ ਉਹਨਾਂ ਦੇ ਕੋਲ ਹੈ। ਤੇ ਜਦੋਂ 2 ਸਾਲ ਪਹਿਲਾਂ ਬਿਮਾਰ ਹੋ ਗਏ ਸੀ ਤੇ ਏਮਸ ਦੇ ਵਿੱਚ ਉਹਨਾਂ ਨੂੰ ਨਾਲੀਆਂ ਲੱਗੀਆਂ ਹੋਈਆਂ ਨੇ ਆਕਸੀਜਨ ਦੀਆਂ, ਤੇ ਉਹ ਪਾਸੇ ਮਾਰ ਰਹੇ ਨੇ, ਆਪਣੇ ਬੈੱਡ ਦੇ ਉੱਪਰ ਪਏ ਹੋਏ, ਤੇ ਫਿਰ ਠੀਕ ਹੋ ਕੇ ਗਏ ਸੀ। ਬਾਬਾ ਰਾਮਦੇਵ ਜੀ ਲਾਗੇ ਖਲੋਤੇ ਸਨ। ਤੇ ਬਾਬਾ ਰਾਮਦੇਵ ਨੇ ਤੇ ਬੇਸਿਕਲੀ ਇੱਕ ਅਖਬਾਰ ਪੰਜਾਬ ਦੀ ਬੜੀ ਪ੍ਰਮੁੱਖ ਅਖਬਾਰ ਹੈ, ਉਹਨਾਂ ਨੇ ਲਫ਼ਜ਼ ਬੇਥਵੀਆਂ ਵਰਤਿਆ। ਬਾਬੇ ਰਾਮਦੇਵ ਦੀਆਂ ਬੇਥਵੀਆਂ ਦਾ ਜਵਾਬ ਇੰਡੀਅਨ ਮੈਡੀਕਲ ਐਸੋਸੀਏਸ਼ਨ, ਉਹ ਇੱਕ ਖਿੱਚੋਤਾਣ ਬਹੁਤ ਜ਼ੋਰਦਾਰ ਤਰੀਕੇ ਨਾਲ ਚੱਲ ਰਹੀ ਹੈ। ਜਿਹੜੀ ਉਹਨਾਂ ਤੇ ਦੇਸ਼ ਧਰੋਹ ਦਾ ਮੁਕੱਦਮਾ ਕਰਨ ਦੀ ਗੱਲ ਜਿਹੜੀ ਚੱਲੀ ਹੈ, ਉਹ ਬੇਸਿਕਲੀ ਜਿਹੜੀ ਹੈ ਟੈਕਨੀਕਲ ਇੱਕ ਇਸ਼ੂ ਹੈ, ਜਿਸ ਦੇ ਕਰਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਜਿਹੜੀ ਉਹਨਾਂ ਦੀ ਖਿਚਾਈ ਕੀਤੀ। ਇਸ ਬਾਰੇ ਗੱਲਬਾਤ ਅਸੀਂ ਫੇਰ ਕਰਾਂਗੇ ਜੀ। ਕੁਲਦੀਪ ਜੀ ਦੇ ਨਾਲ ਹੋਰ ਵੀ ਮੁੱਦਿਆਂ ਤੇ ਗੱਲਬਾਤ ਕਰਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ।
ਕੁਲਦੀਪ ਜੀ, ਗੱਲ ਹੁਣ ਕਰਦੇ ਹਾਂ ਕਿਸਾਨ ਅੰਦੋਲਨ ਦੀ। ਕਿਸਾਨ ਅੰਦੋਲਨ ਦਾ ਰੁਖ ਹੁਣ ਪੰਜਾਬ ਸਰਕਾਰ ਵੱਲ ਕਿਉਂ ਹੋ ਗਿਆ? ਪੰਜਾਬ ਸਰਕਾਰ ਹੁਣ ਤੱਕ ਤੇ ਕਿਸਾਨ ਅੰਦੋਲਨ ਦੀ ਇੱਕ ਪਾਰਟੀ ਬਣ ਕੇ ਬੈਠੀ ਹੋਈ ਸੀ। ਪਾਰਟੀ ਭਾਵ ਜਿਵੇਂ ਕੇਸ ਦੇ ਵਿੱਚ ਪਾਰਟੀ ਹੁੰਦੇ ਨੇ ਨਾ, ਉਸ ਤਰ੍ਹਾਂ ਦੀ ਪਾਰਟੀ ਤੇ ਵੈਸੇ ਕਾਂਗਰਸ ਪਾਰਟੀ ਉਹਨਾਂ ਦੀ ਹੈ ਹੀ ਹੈ। ਉਹਨਾਂ ਨੇ ਕਿਸਾਨ ਅੰਦੋਲਨ ਦੇ ਇੱਕ ਆਗੂ ਨਾਲ ਮੇਰੀ ਗੱਲ ਹੋਈ, ਕਿਸਾਨ ਆਗੂ ਨਾਲ। ਮੈਂ ਕਿਹਾ ਜੀ ਵੀ ਕਾਂਗਰਸ ਪ੍ਰਤੀ ਜਾਂ ਪੰਜਾਬ ਸਰਕਾਰ ਪ੍ਰਤੀ ਤੁਹਾਡਾ ਕੀ ਰਵੱਈਆ ਹੈ, ਜਾਂ ਕੀ ਸੋਚਦੇ ਨੇ ਕਿਸਾਨ ਆਗੂ ਜਾਂ ਜਥੇਬੰਦੀਆਂ ਜਾਂ ਸੰਯੁਕਤ ਕਿਸਾਨ ਮੋਰਚੇ ਵਾਲੇ ਜੀ? ਉਹ ਕਹਿੰਦੇ ਜੀ ਅਸੀਂ ਇੰਨੀ ਗੱਲ ਕਰਦੇ ਹਾਂ ਕਿ ਪੰਜਾਬ ਸਰਕਾਰ ਨੇ ਸਾਡੀ ਵਿਰੋਧਤਾ ਕਿਤੇ ਨਹੀਂ ਕੀਤੀ, ਸਗੋਂ ਸਾਨੂੰ ਸਾਥ ਹੀ ਮਿਲਿਆ, ਅਮਨ ਕਾਨੂੰਨ ਅਸੀਂ ਬਣਾ ਕੇ ਰੱਖਿਆ ਤੇ ਪ੍ਰਸ਼ਾਸਨ ਪੁਲਿਸ ਨੇ ਜਾਂ ਦੂਜੇ ਤੀਜੇ ਨੇ ਸਾਨੂੰ ਕਦੀ ਕੋਈ ਖਹਿਬਾਜ਼ੀ ਨਹੀਂ ਹੋਈ। ਅਸੀਂ ਜਿਵੇਂ ਮਰਜ਼ੀ ਜਿੱਥੇ ਮਰਜ਼ੀ ਨਾਕੇ ਲਾ ਲਏ, ਟੋਲ ਪਲਾਜ਼ੇ ਬੰਦ ਕਰਤੇ, ਝੰਡੇ ਲਾ ਕੇ ਜਿੱਥੇ ਮਰਜ਼ੀ ਘੁੰਮੀਏ, ਜਿੱਥੇ ਮਰਜ਼ੀ ਜਾਈਏ, ਜੋ ਮਰਜ਼ੀ ਬੰਦ ਕਰ ਦਈਏ, ਸਾਨੂੰ ਮੁਸ਼ਕਲ ਦਾ ਸਾਹਮਣਾ ਨਹੀਂ ਆਇਆ ਤੇ ਨਾ ਕਿਸੇ ਤੇ ਕੇਸ ਦਰਜ ਹੋਇਆ। ਹਰਿਆਣੇ ਵਿੱਚ ਨਹੀਂ ਇਸ ਤਰ੍ਹਾਂ ਹੋਇਆ, ਹਰਿਆਣੇ ਵਿੱਚ ਬਹੁਤ ਕੁਝ ਹੋਇਆ। ਉੱਥੇ ਭਾਰਤੀ ਜਨਤਾ ਪਾਰਟੀ ਸਰਕਾਰ ਸੀ। ਕੈਪਟਨ ਅਮਰਿੰਦਰ ਸਿੰਘ ਇੱਕ ਕਿਸਮ ਦੀ ਕਿਸਾਨਾਂ ਦੀ ਹਮਾਇਤ ਇੰਜੋਏ ਕਰ ਰਹੇ ਸਨ ਹੁਣ ਤੱਕ, ਪਰ ਹੁਣ ਉਹਨਾਂ ਨੇ ਵਾਹ ਵੀ ਲਾਈ। ਉਹਨਾਂ ਨੇ ਗੱਲ ਕੀਤੀ ਜਦੋਂ ਉਗਰਾਹਾਂ ਜਥੇਬੰਦੀ ਨੇ ਇਹ ਗੱਲ ਆਖੀ ਕਿ ਅਸੀਂ ਹੁਣ ਪਟਿਆਲੇ ਧਰਨਾ ਲਾਉਣਾ ਹੈ ਪੰਜਾਬ ਸਰਕਾਰ ਦੇ ਖਿਲਾਫ। ਪਹਿਲਾਂ ਤਾਂ ਇਸ ਤਰ੍ਹਾਂ ਸੀ ਕਿ ਪੰਜਾਬ ਵਿੱਚ ਧਰਨੇ ਲੱਗਦੇ ਸਨ ਤੇ ਲੱਗਦੇ ਸੀ ਗੱਲਾਂ ਉੱਥੇ ਮੋਦੀ ਸਾਹਿਬ ਦੀਆਂ ਹੁੰਦੀਆਂ ਸੀ ਕਿ ਜਾਂ ਕੇਂਦਰ ਸਰਕਾਰ ਦੀਆਂ ਹੁੰਦੀਆਂ ਸੀ ਤੇ ਪੰਜਾਬ ਸਰਕਾਰ ਦੀ ਤਾਂ ਕੋਈ ਗੱਲ ਨਹੀਂ ਸੀ। ਤੇ ਖਰੀਦ ਦੇ ਮਾਮਲੇ ਤੇ ਥੋੜਾ ਜਿਹਾ ਲੋਕ ਨਾਰਾਜ਼ ਹੋਏ ਨੇ। ਹਾਲਾਂਕਿ ਮੈਂ ਇਹ ਸਮਝਦਾ ਵੀ ਜਿੰਨਾ ਖੱਜਲ ਖੁਆਰ ਕੇਂਦਰ ਨੇ ਤੇ ਫੂਡ ਕਾਰਪੋਰੇਸ਼ਨ ਇੰਡੀਆ ਨੇ ਕਿਸਾਨਾਂ ਨੂੰ ਤੇ ਆੜਤੀਆਂ ਨੂੰ ਕੀਤਾ ਤੇ ਨਾਲ ਪੰਜਾਬ ਸਰਕਾਰ ਨੂੰ ਕੀਤਾ ਹੈ, ਕੈਸ਼ ਕ੍ਰੈਡਿਟ ਲਾਈਨ ਨੂੰ, ਕਣਕ ਦੀ ਨਮੀ ਨੂੰ ਲੈ ਕੇ, ਵਿੱਚ ਸਾਫ਼ ਸਫਾਈ ਨੂੰ ਲੈ ਕੇ, ਉਹਦੀਆਂ ਪੇਮੈਂਟਾਂ ਨੂੰ ਲੈ ਕੇ ਤੇ ਬਾਰਦਾਨੇ ਨੂੰ ਲੈ ਕੇ, ਇਹ ਪੰਜਾਬ ਸਰਕਾਰ ਨੇ ਬੜਾ ਔਖਾ ਇਸ ਨੂੰ ਨਜਿੱਠਿਆ। ਤੇ ਜਾਂ ਇਹ ਜ਼ਿਮੀਂਦਾਰਾਂ ਦੇ ਆਪਣੇ ਹੀ ਹੌਸਲੇ ਨੇ ਕਿ ਉਹ ਆਪਣੇ ਤਰੀਕੇ ਨਾਲ ਵਿਚਾਰੇ ਨਜਿੱਠ ਲੈਂਦੇ ਨੇ। ਭੋਲਾ ਵੀ ਹੈ ਕਿਸਾਨ ਪਰ ਜੁਗਾੜੀ ਵੀ ਹੈ। ਆੜਤੀਆਂ ਨੂੰ ਕਿਸੇ ਨਾ ਕਿਸੇ ਤਰੀਕੇ ਕਰਕੇ ਬਾਰਦਾਨੇ ਦਾ ਆਸੇ ਪਾਸਿਓਂ ਖੁਦ ਜੁਗਾੜ ਕਰਕੇ ਕਣਕ ਚੁਕਵਾ ਦਿੱਤੀ ਆ, ਪਰ ਗੋਡਣੀਆਂ ਲੱਗ ਗਈਆਂ ਨੇ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਹੁਣ ਇੱਧਰ ਨੂੰ ਕਿਉਂ ਹੋਏ ਨੇ? ਕਿਸਾਨ ਯੂਨੀਅਨ ਜਦੋਂ ਉਗਰਾਹਾਂ ਨੇ ਕਿਹਾ ਕਿ ਅਸੀਂ ਪਟਿਆਲੇ ਧਰਨਾ ਲਾਉਣਾ ਤੇ ਕੈਪਟਨ ਸਾਹਿਬ ਕਹਿੰਦੇ ਦੇਖੋ ਕੋਵਿਡ ਦਾ ਸਮਾਂ ਆ, ਦੇਖੋ ਬਹੁਤ ਮਾੜੀ ਗੱਲ ਹੈ ਤੇ ਤੁਸੀਂ ਇਹ ਨਾ ਲਾਓ। ਤੇ ਦਿੱਲੀ ਵੀ ਤਾਂ ਲੱਗਾ ਹੀ ਹੋਇਆ ਸੀ, ਤੁਸੀਂ ਉਦੋਂ ਇਹ ਗੱਲ ਆਖੀ ਨਾ। ਪਟਿਆਲੇ ਉਹਨਾਂ ਨੇ ਇਹ ਕਹਿ ਕੇ ਆਖਿਆ ਕਿ ਕੋਵਿਡ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਦੀ ਨਾਕਾਮੀ ਤੇ 3-4 ਹੋਰ ਮੁੱਦੇ ਉਹਨਾਂ ਨੇ ਦੱਸੇ ਨੇ ਕਿ ਇਹਨਾਂ ਮੁੱਦਿਆਂ ਤੇ ਪੰਜਾਬ ਸਰਕਾਰ ਨੇ ਜਿਹੜਾ ਚੰਗੀ ਤਰ੍ਹਾਂ ਜਿਹੜਾ ਮਸਲੇ ਹੱਲ ਨਹੀਂ ਕੀਤੇ, ਪੰਜਾਬ ਦੇ ਰੁਜ਼ਗਾਰ ਦਾ ਵੀ ਹੈ, ਨਸ਼ਿਆਂ ਦਾ ਵੀ, ਸਾਰੇ ਮਸਲਿਆਂ ਤੇ ਅਸੀਂ ਇੱਕ ਵੱਡਾ ਜਿਹੜਾ ਇਕੱਠ ਹੈ ਉਹ ਪਟਿਆਲੇ ਜਿਹੜਾ ਉਹ ਕੀਤਾ ਹੋਇਆ। ਉਹ ਵੈਸੇ ਇੱਕ ਦਿਨ ਹੋਰ ਹੈ ਉਹ ਧਰਨਾ। ਉਸ ਦੀ ਖਾਸ ਗੱਲ ਜਿਹੜੀ ਹੈ ਉਹ ਸਾਰੀ ਦੁਨੀਆ ਦੇ ਵਿੱਚ ਘੁੰਮੀ ਹੈ, ਉਹ ਇਹ ਹੈ ਕਿ ਉਸ ਧਰਨੇ ਦੌਰਾਨ ਇੱਕ ਤੇ ਬਹੁਤ ਵਧੀਆ ਸਿਸਟਮ ਬਣਾਇਆ ਗਿਆ, ਪੰਡਾਲ ਵਗੈਰਾ ਬਹੁਤ ਸੋਹਣੇ ਲਾਏ ਗਏ, ਸੋਸ਼ਲ ਡਿਸਟੈਂਸਿੰਗ ਤੇ ਮਾਸਕ, ਸੈਨੀਟਾਈਜ਼ਰ, ਹਰ ਚੀਜ਼ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਤੇ ਦੂਰ ਪੰਡਾਲ ਦੇ ਵਿੱਚ ਇੱਕ ਦੂਸਰੇ ਤੋਂ ਲੋਕ ਬੈਠੇ ਹੋਏ ਸੀ ਤੇ ਬਹੁਤ ਵਧੀਆ ਤਰੀਕੇ ਨਾਲ ਤਕਰੀਰਾਂ ਹੋਈਆਂ ਤੇ ਪੰਜਾਬ ਸਰਕਾਰ ਨੂੰ ਜਿਹੜੀਆਂ ਸੀ ਉਹ ਜਿਵੇਂ ਇਹੋ ਜਿਹੀਆਂ ਸਟੇਜਾਂ ਤੋਂ ਹੁੰਦਾ ਤੇ ਜੋ ਆਖਿਆ ਜਾਂਦਾ ਉਹ ਆਖਿਆ ਗਿਆ। ਹੁਣ ਇਹ ਕੁਝ ਕੀਤਾ ਗਿਆ। ਇਹ ਵੈਸੇ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਗੱਲ ਜ਼ਰੂਰ ਆਖੀ ਜਦੋਂ ਉਹਨਾਂ ਨੇ ਆਖਿਆ, ਜਦੋਂ ਉਹਨਾਂ ਦੇਖ ਲਿਆ ਕਿ ਟਲਣਾ ਨਹੀਂ ਕਿਸਾਨਾਂ ਨੇ ਤੇ ਇਹ ਕਿਤੇ ਮਨੋਹਰ ਲਾਲ ਖੱਟਰ ਵਾਲੀ ਗੱਲ ਨਾ ਹੋਵੇ ਕਿ ਮੈਂ ਜਿਵੇਂ ਸ਼ੰਭੂ ਮੋਰਚੇ ਤੇ ਮੈਂ ਬਾਰਡਰ ਤੇ ਰੋਕਣ ਦਾ ਯਤਨ ਕੀਤਾ ਹੈ ਵੀ ਕਿਤੇ ਉਹ ਗੱਲ ਨਾ ਹੋਵੇ ਕਿ ਸਾਡੇ ਗੱਲ ਬਲਾ ਪੈ ਜਾਵੇ। ਇਸ ਕਰਕੇ ਇਹਨੂੰ ਵਿਚਾਰ ਨੂੰ ਉਹਨਾਂ ਨੇ ਵਿੱਚੇ ਤਿਆਗ ਦਿੱਤਾ ਤੇ ਹਾਲੇ ਉਹ ਇਹੋ ਉਡੀਕ ਕਰ ਰਹੇ ਨੇ ਕਿ ਧਰਨਾ ਆਪਣੇ ਆਪ ਜਿਹੜਾ ਖਤਮ ਹੋ ਜਾਵੇਗਾ। ਪਰ ਪੰਜਾਬ ਸਰਕਾਰ ਦੀਆਂ ਆਪਣੀਆਂ ਨਾਕਾਮਯਾਬੀਆਂ ਤੇ ਕਈ ਮੁੱਦਿਆਂ ਨੂੰ ਲੈ ਕੇ, ਕਿਸਾਨਾਂ ਦੇ ਮੁੱਦੇ ਵੀ ਨੇ ਜਿਸ ਦੇ ਵਿੱਚ, ਤੇ ਉਹਨਾਂ ਸਾਰਿਆਂ ਨੂੰ ਲੈ ਕੇ ਪੰਜਾਬ ਸਰਕਾਰ ਦੀ ਖਿਚਾਈ ਪਟਿਆਲੇ ਵਿੱਚ ਹੋ ਰਹੀ ਹੈ। ਇਸ ਤੋਂ ਵੱਧ ਕੋਈ ਪੰਜਾਬ ਸਰਕਾਰ ਦੇ ਖਿਲਾਫ ਹੱਲੇ ਮੋਰਚਾ ਨਹੀਂ ਹੈ। ਇਹਨਾਂ ਜੇ ਹੁਣ ਗੱਲ ਕਰ ਲਈਏ ਤਹਿਲਕਾ ਦੇ ਸੰਪਾਦਕ ਦੀ, ਜਿਹੜੇ ਕਿ ਜਿਨਸੀ ਸ਼ੋਸ਼ਣ ਦੇ ਕੇਸ 'ਚ ਪਿੱਛੇ ਜੇ ਬਰੀ ਹੋਏ ਨੇ ਕੁਝ ਕੁ ਦਿਨ ਪਹਿਲਾਂ, ਤੇ ਹੁਣ ਅਦਾਲਤ ਦੇ ਕੁਝ ਤੱਥ ਨਿਕਲ ਕੇ ਬਾਹਰ ਆ ਰਹੇ ਨੇ, ਕੁਲਦੀਪ ਜੀ, ਉਹ ਕੀ ਨੇ? ਪਹਿਲਾਂ ਤਾਂ ਮੈਂ ਤਹਿਲਕਾ ਦੇ ਜਿਹੜੇ ਸੰਸਥਾਪਕ ਨੇ ਉਹਨਾਂ ਬਾਰੇ ਥੋੜ੍ਹਾ ਜਿਹਾ ਗੱਲ ਕਰ ਦੇਵਾਂ। ਪੰਜਾਬ ਦੇ ਜੰਮਪਲ ਨੇ ਜਲੰਧਰ ਦੇ, ਪੰਜਾਬ ਯੂਨੀਵਰਸਿਟੀ ਤੋਂ ਉਹਨਾਂ ਨੇ ਪੜ੍ਹਾਈ ਕੀਤੀ ਹੋਈ ਹੈ। ਹੋਰ ਵੀ ਕਈ ਥਾਵਾਂ 'ਤੇ ਰਹੇ ਨੇ, ਉਹ ਇੰਡੀਆ ਦੇ ਵਿੱਚ ਪੂਰੇ ਦੇ ਵਿੱਚ ਘੁੰਮਦੇ ਰਹੇ ਨੇ। ਤੇ ਕਿਉਂਕਿ ਉਹਨਾਂ ਦੇ ਪਿਤਾ ਜੀ ਆਰਮੀ ਦੇ ਵਿੱਚ ਅਫਸਰ ਸਨ ਤੇ ਉਹ ਨਾਲ ਰਹੇ ਨੇ। ਅਕਸਰ ਆਰਮੀ ਅਫਸਰਾਂ ਦੇ ਇਸ ਤਰ੍ਹਾਂ ਬੱਚਿਆਂ ਨੂੰ ਪੂਰੇ ਭਾਰਤ ਵਿੱਚ ਪੜ੍ਹਨ ਰਹਿਣ ਸਹਿਣ ਦਾ ਮੌਕਾ ਮਿਲਦਾ, ਵੱਖਰੇ ਥਾਵਾਂ ਤੋਂ ਪੜ੍ਹਾਈ ਹੁੰਦੀ ਹੈ। ਇਹਨਾਂ ਨੇ ਕੁਝ ਅਖਬਾਰਾਂ ਨਾਲ ਆਪਣਾ ਕੰਮ ਸ਼ੁਰੂ ਕੀਤਾ, ਇੰਡੀਅਨ ਐਕਸਪ੍ਰੈਸ ਵਗੈਰਾ ਨਾਲ, ਕੁਝ ਮੈਗਜ਼ੀਨਾਂ ਨਾਲ ਸ਼ੁਰੂ ਕੀਤਾ, ਰਿਪੋਰਟਰ ਦੇ ਤੌਰ ਤੇ, ਸਬ ਐਡੀਟਰ ਦੇ ਤੌਰ ਤੇ ਆਊਟਲੁੱਕ ਮੈਗਜ਼ੀਨ ਹੈ ਉਸ ਦੇ ਐਡੀਟਰ ਵੀ ਇਹੋ ਰਹੇ। ਫਿਰ ਇਹ ਹੋਰ ਅੱਗੇ ਐਕਸਪੈਂਡ ਕਰਦੇ ਗਏ ਆਪਣੇ ਕੰਮਾਂ ਨੂੰ। ਨਾਵਲਕਾਰ ਵੀ ਨੇ, ਲਿਖਦੇ ਵੀ ਨੇ ਤੇ ਕੁਝ ਚੰਗੇ ਲੇਖਕ VS ਨਾਇਪਾਲ ਤੇ ਅਰੁੰਧਤੀ ਰਾਏ, ਇਹਨਾਂ ਨਾਲ ਬੜੇ ਅੱਛੇ ਸੰਬੰਧ ਨੇ ਇਹਨਾਂ ਦੇ। ਹੁਣ ਤੁਹਾਨੂੰ ਪਤਾ ਹੈ ਕਿ ਉਹਨਾਂ ਕੋਲ ਵੱਡੇ ਅਵਾਰਡ ਵੀ ਨੇ। ਅਰੁੰਧਤੀ ਰਾਏ ਨੇ ਗੋਡ ਆਫ ਸਮਾਲ ਥਿੰਗਸ ਇੱਕ ਜਿਹੜੀ ਹੈ ਕਿਤਾਬ ਲਿਖੀ ਤੇ ਉਸ ਕਿਤਾਬ ਦੇ ਕਰਕੇ ਉਹਨਾਂ ਨੂੰ ਬੁਕਰ ਪ੍ਰਾਈਜ਼ ਜਿਹੜਾ ਲੇਖਕਾਂ ਦਾ ਇੱਕ ਬਹੁਤ ਵੱਡਾ ਅਵਾਰਡ ਹੈ, ਉਹਨਾਂ ਨੂੰ ਮਿਲਿਆ ਸੀ।
ਬੁਕਰ ਪ੍ਰਾਈਜ਼ ਉਹਨਾਂ ਨੂੰ ਮਿਲਿਆ ਤੇ ਉਸ ਬੁੱਕ ਨੂੰ ਪਬਲਿਸ਼ ਕਰਨ ਵਾਲੇ ਤਰੁਣ ਤੇਜਪਾਲ ਸਨ ਜੀ। ਤਰੁਣ ਤੇਜਪਾਲ ਨੇ ਫਿਰ ਸਨ 2000 ਦੇ ਆਸ-ਪਾਸ ਤਹਿਲਕਾ ਜਿਹੜਾ ਸੀ ਸ਼ੁਰੂ ਕੀਤਾ। ਇਹ ਤਹਿਲਕਾ ਨੂੰ ਪਹਿਲਾਂ ਤਾਂ ਇਹ ਦੱਸਿਆ ਕਿ ਇਹ ਕੋਈ ਇਸ ਤਰ੍ਹਾਂ ਦਾ ਦੂਸਰੇ ਮੀਡੀਆ ਵਰਗਾ ਨਹੀਂ ਹੋਵੇਗਾ, ਐਡੀਟੋਰੀਅਲ ਜਾਂ ਵੇਸਟ ਹੋਵੇਗਾ ਤੇ ਇਸ ਵਿੱਚ ਇਸ ਤਰ੍ਹਾਂ ਦੀ ਕੋਈ ਹੋਰ ਛੋਟੀ-ਮੋਟੀ ਰਿਪੋਰਟਿੰਗ ਨਹੀਂ ਕੀਤੀ ਜਾਵੇਗੀ। ਪਰ ਫਿਰ ਉਹਨਾਂ ਨੇ ਵੱਡੇ ਕਾਰਨਾਮੇ ਸ਼ੁਰੂ ਕਰ ਦਿੱਤੇ। ਸਟਿੰਗ ਆਪਰੇਸ਼ਨ ਆਪਣੇ ਤੌਰ ਤੇ ਸ਼ੁਰੂ ਕੀਤੇ ਤਹਿਲਕਾ ਤੇ ਵੈਬਸਾਈਟ ਜਦੋਂ ਕਿ ਨਵਾਂ ਪਸਾਰ ਚੱਲ ਰਿਹਾ ਸੀ, ਅਜੇ ਸੋਸ਼ਲ ਮੀਡੀਆ ਦੀ ਗੱਲ ਤਾਂ ਬਹੁਤ ਪਿੱਛੇ ਹੈ। ਜਦੋਂ ਵੈਬ ਦਾ ਜਿਹੜਾ ਸੀ ਉਹ ਰੌਲਾ ਰੱਪਾ ਦੁਨੀਆ ਵਿੱਚ ਚੱਲ ਪਿਆ ਤੇ ਫਿਰ ਇਹਨਾਂ ਨੇ ਵੈਬਸਾਈਟਾਂ ਨੂੰ ਡਿਵੈਲਪ ਕੀਤਾ ਆਪਣੀ ਨੂੰ ਤੇ ਲੋਕਾਂ ਨੂੰ ਉੱਥੇ ਕਾਫੀ ਇਹਨਾਂ ਨੂੰ ਵਿਊਵਰਸ਼ਿਪ ਜਾਂ ਜਿਵੇਂ ਵੀ ਉਹ ਮਿਲਦੀ ਸੀ ਤੇ ਲੋਕ ਮਗਰ ਲੱਗੇ ਹੋਏ ਸਨ, ਉੱਥੇ ਇਨਫੋਰਮੇਸ਼ਨ ਹਾਸਲ ਕਰਦੇ ਸਨ। ਫਿਰ ਇੱਕ ਮੈਗਜ਼ੀਨ ਵੀ ਵੀਕਲੀ ਇਹਨਾਂ ਨੇ ਲਾਂਚ ਸ਼ੁਰੂ ਕਰ ਦਿੱਤਾ, ਪ੍ਰਿੰਟ ਮੀਡੀਆ ਵਿੱਚ ਵੀ ਆ ਗਿਆ। ਹੁਣ ਵੈਬਸਾਈਟ ਦੇ ਵਿੱਚ ਸਭ ਤੋਂ ਪਹਿਲਾ ਮਾਰਕਾ ਜਿਹੜਾ ਇਹਨਾਂ ਨੇ ਵੱਡਾ ਮਾਰਿਆ, ਜਿਹੜਾ ਸਟਿੰਗ ਆਪਰੇਸ਼ਨ ਕੀਤਾ, ਉਹ ਸੀ ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਚੱਲ ਰਹੀ ਕ੍ਰਿਕਟ ਲੜੀ ਦੇ ਵਿੱਚ ਮੈਚ ਫਿਕਸਿੰਗ ਉਜਾਗਰ ਕੀਤੀ। ਉਹ ਬਹੁਤ ਵੱਡਾ ਸਕੈਂਡਲ ਸੀ, ਬਲਕਿ ਕ੍ਰਿਕਟ ਜਗਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸਕੈਂਡਲ ਸੀ ਜਿਸ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਤੇ ਚੰਗੇ ਦਿੱਗਜ ਖਿਡਾਰੀ ਜਿਹੜੇ ਕਪਤਾਨ ਸਨ ਆਪਣੀਆਂ ਟੀਮਾਂ ਦੇ, ਉਹ ਜਾਨ ਤੱਕ ਗਵਾਉਣੀ ਪਈ ਉਹਨਾਂ ਨੂੰ। ਔਰ ਇਸ ਤਰ੍ਹਾਂ ਦੇ ਕਾਂਡ ਹੋਏ ਔਰ ਦੁਨੀਆ ਦੇ ਵਿੱਚ ਫਿਰ ਉਸ ਤੋਂ ਬਾਅਦ ਜਿਹੜੇ ਕ੍ਰਿਕਟ ਨੂੰ ਲੈ ਕੇ ਨਿਯਮ ਬਣੇ ਉਹ ਇੰਨੇ ਸਖਤ ਹੋਏ ਕਿ ਹੁਣ ਉਸੇ ਤੋਂ ਜਿਹੜੀ ਗਾਈਡਲਾਈਨ ਆ ਉਹ ਲਈ ਜਾਂਦੀ ਹੈ ਮੈਚ ਫਿਕਸਿੰਗ ਦੀ। ਫਿਰ ਕਈ ਸਟਿੰਗ ਆਪਰੇਸ਼ਨ ਚਲਾਏ, ਕਈ ਕਤਲ ਕੇਸਾਂ ਦੇ ਵਿੱਚ ਇਹੋ ਜਿਹੀਆਂ ਫਾਈਲਾਂ ਕੱਢ ਕੇ ਮੋਹਰੇ ਲਿਆਂਦੀਆਂ ਜਿਹੜੀਆਂ ਲੋਕਾਂ ਨੂੰ ਪਤਾ ਨਹੀਂ ਸਨ। 2G ਸਕੈਮ ਜੋ ਮਨਮੋਹਨ ਸਿੰਘ ਸਰਕਾਰ ਦੇ ਵੇਲੇ ਹੋਇਆ ਸੀ ਉਹ ਵੀ ਇਹਨਾਂ ਨੇ ਉਜਾਗਰ ਕੀਤਾ। ਹੋਰ ਕਈ ਸਕੈਂਡਲ ਜਿਹੜੇ ਸੀ ਵੱਡੇ ਪੱਧਰ ਤੇ ਉਜਾਗਰ ਕਰਨੇ ਸ਼ੁਰੂ ਕਰ ਦਿੱਤੇ। ਇਹ ਮਨਮੋਹਨ ਸਿੰਘ ਸਰਕਾਰ ਦੇ ਵੇਲੇ ਦੀ ਗੱਲ ਹੈ ਤੇ ਫਿਰ ਅੱਖਾਂ ਵਿੱਚ ਰੜਕਣਾ ਸ਼ੁਰੂ ਹੋ ਗਿਆ ਤਰੁਣ ਤੇਜਪਾਲ ਸਰਕਾਰਾਂ ਦੇ ਕਿਵੇਂ ਕਈ ਗੱਲਾਂ ਨੇ ਲੋਕਾਂ ਨੇ ਇਹਨੂੰ ਅਨਐਥੀਕਲ ਵੀ ਆਖਿਆ, ਕਈ ਮੀਡੀਆ ਹਾਊਸਿਸ ਨੇ ਵੀ ਇਸ ਗੱਲ ਨੂੰ ਅਨਐਥੀਕਲ ਆਖਿਆ। ਇਹਨਾਂ ਤੇ ਵੀ ਥੋੜ੍ਹਾ ਜਿਹਾ ਵਾਦ ਉੱਠਿਆ ਕਿ ਤ੍ਰਿਣਮੂਲ ਕਾਂਗਰਸ ਦੇ ਨਾਲ ਇਹਨਾਂ ਦੇ ਸੰਬੰਧ ਨੇ ਤੇ ਉਹਨਾਂ ਦੇ ਇੱਕ ਵੱਡੇ ਆਗੂ ਦੇ ਤਹਿਲਕਾ ਦੇ ਵਿੱਚ ਸ਼ੇਅਰ ਹਿੱਸੇਦਾਰੀ ਹੈ ਤੇ ਪੈਸੇ ਲੱਗੇ ਹੋਏ ਨੇ। ਹੁਣ ਇਹ ਗੱਲ ਤੇ ਜੇ ਅਸੀਂ ਅੱਜ ਦੇ ਸੰਦਰਭ ਵਿੱਚ ਕਰੀਏ ਸਵਲੀਨ ਤੇ ਮੇਰਾ ਖਿਆਲ ਪਤਾ ਨਹੀਂ ਕਿੰਨੇ ਆਗੂ ਹੋਣਗੇ ਜਿਨ੍ਹਾਂ ਦੇ ਪਤਾ ਨਹੀਂ ਕਿੱਥੇ ਹਿੱਸੇ ਨੇ, ਕਿੱਥੇ ਲੱਗੇ ਨੇ। ਇਹ ਉਦੋਂ ਵੱਡੀ ਗੱਲ ਸੀ। ਖੈਰ ਉਹ ਫਿਰ ਜਦੋਂ ਉਹਨਾਂ ਤੋਂ ਬਾਅਦ ਫਿਰ ਗੋਆ ਦੇ ਵਿੱਚ ਇੱਕ ਇਨਸੀਡੈਂਟ ਹੋਇਆ ਕਿ ਤਹਿਲਕਾ ਦੇ ਦਫ਼ਤਰ ਦੇ ਵਿੱਚ ਕੰਮ ਕਰਦੀ ਇੱਕ ਲੜਕੀ ਨੇ ਇਹਨਾਂ ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਾਏ। ਉਹਨਾਂ ਕਹਿ ਕੇ ਤਹਿਲਕਾ ਦੀ ਇੱਕ ਪਾਰਟੀ ਦੇ ਵਿੱਚੋਂ ਨਿਕਲਦੇ ਹੋਏ ਅਸੀਂ ਜਦੋਂ ਐਲੀਵੇਟਰ ਦੇ ਵਿੱਚ ਆ ਰਹੇ ਸਾਂ ਤੇ ਇਹਨਾਂ ਨੇ ਮੇਰੇ ਨਾਲ ਬਦਸਲੂਕੀ ਕੀਤੀ ਤਰੁਣ ਤੇਜਪਾਲ ਨੇ। ਕੇਸ ਦਰਜ ਹੋ ਗਿਆ, ਗੋਆ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ FIR ਦੇ ਤਹਿਤ ਤੇ ਬਲਾਤਕਾਰ ਦਾ ਵੀ ਇਲਜ਼ਾਮ ਲੱਗਾ। ਹੁਣ ਉਹ ਕੇਸ ਭੁਗਤਦੇ ਲੋਕ ਬੜੇ ਹੈਰਾਨ ਹੋਏ ਵੀ ਇਹ ਬਣਿਆ ਕੀ, ਇੱਕ ਇਸ ਤਰ੍ਹਾਂ ਦਾ ਵਿਅਕਤੀ ਜਿਹੜਾ ਜਿਸਨੇ ਇਸ ਤਰ੍ਹਾਂ ਦੇ ਕੇਸ ਬਹੁਤ ਉਜਾਗਰ ਕੀਤੇ ਸਨ ਲੋਕਾਂ ਦੀਆਂ ਪਰਤਾਂ ਖੋਲਣ ਇਸ ਤਰ੍ਹਾਂ ਦੀਆਂ ਪਰਤਾਂ ਖੋਲਣ ਦਾ ਜਿਸ ਤਰ੍ਹਾਂ ਦੇ ਇਲਜ਼ਾਮ ਆਪਣੇ ਆਪ ਤੇ ਲੱਗੇ। ਖੈਰ ਇਹਨਾਂ ਨੇ ਕੋਈ ਕੰਟਰਾਡਿਕਟਰੀ ਸਟੇਟਮੈਂਟਸ ਥੋੜ੍ਹੀਆਂ ਇਹਨਾਂ ਦੀਆਂ ਆਉਂਦੀਆਂ ਰਹੀਆਂ। ਇਹਨਾਂ ਨੇ ਸਰਕਾਰ ਇਹ ਵੀ ਕਿਹਾ ਕਿ ਦੇਖੋ ਉਹ ਇੱਕ ਗੱਲ ਹੈ, ਉਹ ਕੋਈ ਇਹੋ ਜਿਹੀ ਗੱਲ ਨਹੀਂ, ਉਹ ਉੱਥੇ ਵਿੱਚ ਐਲੀਵੇਟਰ ਦੇ ਵਿੱਚ ਕੀ ਹੈ ਉਹ ਇਸ ਤਰ੍ਹਾਂ ਦੀ ਗੱਲ ਸੀ, ਦਾਰੂ ਸੀ ਜਾਂ ਪੀਤੀ ਜਾਂ ਇੱਦਾਂ ਦੀਆਂ ਗੱਲਾਂ ਵੀ ਜੋ ਸਾਹਮਣੇ ਆਉਂਦੀਆਂ ਰਹੀਆਂ। ਪਰ ਕੋਈ ਗੱਲ ਇਹਨਾਂ ਦੀ ਸਟੇਟਮੈਂਟ ਥੋੜ੍ਹੇ ਸਮੇਂ ਤੇ ਬਦਲਦੇ ਰਹੇ। ਹੁਣ ਕੋਰਟ ਨੇ ਅਖੀਰ ਇਹਨਾਂ ਨੂੰ ਬਰੀ ਕਰ ਦਿੱਤਾ ਤੇ ਕੋਰਟ ਨੇ ਬਰੀ ਕਰਕੇ ਇਹਨਾਂ ਨੂੰ ਗੱਲ ਆਖੀ ਹੈ ਕਿ ਤੁਸੀਂ ਬਿਲਕੁਲ ਤੁਹਾਡੇ ਤੇ ਇਲਜ਼ਾਮ ਸਾਬਤ ਨਹੀਂ ਹੁੰਦਾ, ਇਹ ਕਿਸੇ ਹੋਰ ਭਾਵਨਾ ਦੇ ਤਹਿਤ ਲੱਗੇ ਇਲਜ਼ਾਮ ਲੱਗਦੇ ਨੇ ਤੇ ਇਹ ਸਾਬਤ ਨਹੀਂ ਹੁੰਦੇ, ਇਸ ਕਰਕੇ ਤੁਹਾਨੂੰ ਮੁਕੰਮਲ ਤੌਰ ਤੇ ਬਰੀ ਕੀਤਾ ਜਾਂਦਾ। ਭਾਵੇਂ ਕਿ ਗੋਆ ਦੀ ਸਰਕਾਰ ਨੇ ਦੁਬਾਰਾ ਕੇਸ ਦੀ ਅਪੀਲ ਹੈ ਜਿਹੜੀ ਦਾਖਲ ਕਰ ਦਿੱਤੀ ਹੈ ਤੇ ਪਹਿਲੀ ਜੱਜਮੈਂਟ ਜਿਹੜੀ ਅਦਾਲਤ ਨੇ ਦਿੱਤੀ ਹੈ ਉਸ ਨੂੰ ਚੈਲੰਜ ਕਰ ਦਿੱਤਾ ਹੈ ਕਿ ਇਹ ਸਹੀ ਨਹੀਂ ਹੈ, ਗਲਤ ਹੈ ਤੇ ਇਸ ਦੇ ਵਿੱਚ ਤੱਥਾਂ ਨੂੰ ਜਿਹੜਾ ਹੈ ਸਮਝਿਆ ਨਹੀਂ ਗਿਆ ਤੇ ਤੁਸੀਂ ਇਸ ਕਰਕੇ ਇਹਨੂੰ ਜਿਹੜਾ ਕੀਤਾ ਹੈ ਇਹ ਅਗਲੀ ਅਦਾਲਤ ਦੇ ਵਿੱਚ ਅਸੀਂ ਅਪੀਲ ਕਰਦੇ ਹਾਂ, ਉਸ ਤੇ ਸੁਣਵਾਈ ਅਜੇ ਸ਼ੁਰੂ ਹੋਣੀ ਹੈ। ਪਰ ਜੱਜ ਦੇ ਜਿਹੜੀ ਇੱਕ ਗੱਲ ਕੀਤੀ ਹੈ ਆਪਣੀ ਜੱਜਮੈਂਟ 300 ਸਫ਼ਿਆਂ ਦੀ ਜਿਹੜਾ ਉਹਨਾਂ ਨੇ ਸੁਣਾਈ ਹੈ ਉਸ ਦੇ ਵਿੱਚ ਕੁਝ ਗੱਲਾਂ ਇਹੋ ਜਿਹੀਆਂ ਉਸ ਲੜਕੀ ਪ੍ਰਤੀ ਆ ਗਈਆਂ ਨੇ ਜਿਸ ਲੜਕੀ ਨੇ ਇਸ ਤਰੁਣ ਤੇਜਪਾਲ ਤੇ ਇਲਜ਼ਾਮ ਲਾਏ ਸਨ। ਉਹ ਇਹ ਹੈ ਕਿ ਉਹ ਕਹਿੰਦੇ ਨੇ ਕਿ ਜਦੋਂ ਇਹ ਘਟਨਾ ਹੁੰਦੀ ਹੈ ਤੇ ਉਸ ਘਟਨਾ ਤੋਂ ਬਾਅਦ ਦੀਆਂ ਜਿਹੜੀਆਂ ਤਸਵੀਰਾਂ ਜਾਂ ਵੀਡੀਓ ਸਾਹਮਣੇ ਆ ਰਹੀਆਂ ਨੇ ਉਸ ਲੜਕੀ ਦੀਆਂ, ਉਸ ਵਿੱਚ ਉਹ ਲੜਕੀ ਕਿਤੇ ਵੀ ਸਟ੍ਰੈਸ ਵਿੱਚ ਨਹੀਂ ਲੱਗਦੀ। ਉਸ ਦੇ ਚਿਹਰੇ ਦੇ ਹਾਵ ਭਾਵ, ਉਸ ਦਾ ਹੱਸਣ ਬੋਲਣ ਦਾ ਤਰੀਕਾ ਕਿਤੇ ਵੀ ਨਹੀਂ ਲੱਗਦਾ ਕਿ ਉਹਨਾਂ ਨਾਲ ਕੋਈ ਇਸ ਤਰ੍ਹਾਂ ਦੀ ਘਟਨਾ ਹੋਈ ਹੋਵੇ। ਤੇ ਨਾਲ ਉਹ ਇਹ ਵੀ ਗੱਲ ਨੂੰ ਜਿਹੜਾ ਸੀ ਗਿਣਤੀ ਵਿੱਚ ਲਿਆ ਗਿਆ ਕਿ ਉਹ ਲੜਕੀ ਉਸੇ ਹੀ ਪਾਰਟੀ ਦੇ ਵਿੱਚ ਜਿੱਥੇ ਉਹਦੀ ਨਿਕਲ ਕੇ ਬਾਅਦ ਵਿੱਚ ਉਹ ਆਏ ਨੇ ਉੱਥੇ ਹੀ ਉਹਨਾਂ ਨਾਲ ਬੈਠੀ ਹੈ, ਡਰਿੰਕ ਵੀ ਕਰ ਰਹੀ ਹੈ ਤੇ ਹੋਰ ਸਾਰੀਆਂ ਗੱਲਾਂ ਬਾਤਾਂ ਉੱਥੇ ਹੋ ਰਹੀਆਂ ਨੇ। ਤੇ ਫਿਰ ਇੱਕਦਮ ਇਹੋ ਜਿਹਾ ਕੀ ਵਾਪਰਿਆ। ਪਰ ਇਸ ਗੱਲ ਤੇ ਮਾਹਿਰ ਜਿਹੜੇ ਨੇ, ਕੁਝ ਕਾਨੂੰਨੀ ਮਾਹਿਰ ਜਿਹੜੇ ਨੇ, ਤਰੁਣ ਤੇਜਪਾਲ ਵਿਦੋਸ਼ੀ ਹੋ ਸਕਦੇ ਨੇ, ਮਾਨਯੋਗ ਅਦਾਲਤ ਨੇ ਇਹ ਫੈਸਲਾ ਦਿੱਤਾ ਹੈ। ਪਰ ਇਸ ਤਰ੍ਹਾਂ ਕਿਸੇ ਇਲਜ਼ਾਮ ਲਾਉਣ ਵਾਲੇ ਤੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਨਾ ਕੀ ਇਹ ਅਦਾਲਤਾਂ ਦਾ ਕੰਮ ਹੈ, ਇਸ ਗੱਲ ਤੇ ਬਹਿਸ ਇੱਕ ਛਿੜ ਪਈ ਹੈ।
ਜਿਸ ਦੇ ਬਾਰੇ ਵੱਖ-ਵੱਖ ਬਿਆਨ ਜਿਹੜੇ ਨੇ ਉਹ ਆ ਰਹੇ ਨੇ। ਲੋਕੀ ਖੁੱਲ੍ਹ ਕੇ ਭਾਵੇਂ ਨਹੀਂ ਬੋਲ ਰਹੇ, ਪਰ ਪੁਰਾਣੀਆਂ ਕੋਰਟਸ ਜਿਹੜੀਆਂ ਨੇ ਕਈ ਅਦਾਲਤਾਂ ਦੀਆਂ, ਕਿ ਅਦਾਲਤਾਂ ਨੇ ਫਲਾਣੀ ਜਗ੍ਹਾ ਤੇ ਸਮੇਂ ਤੇ ਕੀ ਜਿਹੜੀ ਗੱਲ ਕੰਟਰੋਵਰਸ਼ੀਅਲ ਵਿਵਾਦ ਵਾਲੀ ਆਖ ਦਿੱਤੀ, ਜਿਸ ਕਰਕੇ ਜਿਹੜੀ ਉਹ ਚੰਗੀ ਨਹੀਂ ਹੋਈ। ਹੁਣ ਇਹ ਗੱਲਾਂ ਉਸ ਲੜਕੀ ਦੇ ਮਾਮਲੇ ਦੇ ਵਿੱਚ ਵੀ ਕਿ ਇਹ ਇੰਨੀਆਂ ਗੱਲਾਂ ਕੀ ਅਦਾਲਤ ਨੂੰ ਕਰਨ ਦੀ ਲੋੜ ਸੀ? ਤੇਜਪਾਲ ਦੇ ਖਿਲਾਫ ਕੋਈ ਸਬੂਤ ਨਹੀਂ ਹੈ, ਕੀ ਇਨਫ ਨਹੀਂ ਸੀ? ਹੁਣ ਸਾਰੀਆਂ ਗੱਲਾਂ ਜਿਹੜੀਆਂ ਕੀਤੀਆਂ ਨੇ ਇਸ ਤੇ ਮਾਹਿਰਾਨਾ ਰਾਏ ਜਾਂ ਪੁਰਾਣੀਆਂ ਕੋਟੇਸ਼ਨਾਂ ਜਾਂ ਗਾਂਹ ਵਾਲੀ ਅਦਾਲਤ ਇਸ ਤੋਂ ਕੀ ਸਿੱਖਿਆ ਲੈਂਦੀ ਹੈ ਤੇ ਕੀ ਫੈਸਲਾ ਸੁਣਾਉਂਦੀ ਹੈ? ਤੁਰੰਤ ਤੇਜਪਾਲ ਕਿਸ ਤਰ੍ਹਾਂ ਦਾ ਰੁਖ ਅਪਣਾਉਂਦੇ ਨੇ ਉਹ ਬਰੀ ਹੋ ਕੇ, ਤੇ ਜਿਸ ਤਰ੍ਹਾਂ ਦੇ ਕੰਮ ਉਹ ਪਹਿਲਾਂ ਕਰਦੇ ਰਹੇ ਨੇ ਕੀ ਉਸੇ ਲੈ ਤੇ ਚੱਲਦੇ ਰਹਿਣਗੇ? ਇਹ ਸਾਰੀਆਂ ਗੱਲਾਂ ਦਾ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਅਜੇ, ਪਰ ਅਦਾਲਤ ਦੇ ਇਸ ਫੈਸਲੇ ਤੇ ਉਹ ਤੋਂ ਬਾਅਦ ਉੱਪਰ ਕੀਤੇ ਗਏ ਕਮੈਂਟਾਂ ਤੇ ਥੋੜੀ ਜਿਹਾ ਕਿੰਤੂ ਪਰੰਤੂ ਹੋ ਰਿਹਾ ਜੀ। ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਜਦੋਂ ਕਰੋਨਾ ਦੀ ਦੂਜੀ ਲਹਿਰ ਸ਼ੁਰੂ ਹੋਈ ਤੇ IPL ਇਹਨਾਂ ਨੇ ਬੰਦ ਕਰਤੇ, ਤੇ ਹੁਣ ਸੁਣਿਆ ਵੀ UAE ਵਿੱਚ ਸ਼ੁਰੂ ਹੋ ਰਹੇ ਨੇ ਰਹਿੰਦੇ ਮੈਚਿਸ। ਸਵਲੀਨ ਜੀ, ਤੁਸੀਂ ਮੇਰੇ ਖਿਆਲ ਭੁੱਲ ਗਏ ਹੋ, ਇਹ ਦੂਜੀ ਲਹਿਰ ਨਹੀਂ, ਪਹਿਲੀ ਲਹਿਰ ਦੇ ਵੇਲੇ ਵੀ IPL ਇਹਨਾਂ ਨੂੰ ਦੁਬਈ 'ਚ ਕਰਾਉਣਾ ਪਿਆ ਸੀ। ਹੋਰ ਕਈ ਇਵੈਂਟਸ ਰੱਦ ਹੋ ਗਈਆਂ। ਸਭ ਤੋਂ ਵੱਡੀ ਇਵੈਂਟ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਇਵੈਂਟ ਖੇਡ ਇਵੈਂਟ ਹੁੰਦੀ ਹੈ, ਉਹ ਓਲੰਪਿਕ ਖੇਡ ਮੇਲਾ, ਗਰਮੀ ਸਮਰ ਓਲੰਪਿਕ ਜਿਹਨਾਂ ਨੂੰ ਕਹਿੰਦੇ ਆ, ਗਰਮੀ ਦੀ ਰੁੱਤ ਦੀਆਂ ਓਲੰਪਿਕ ਖੇਡਾਂ, ਉਹ ਟੋਕੀਓ ਵਿੱਚ ਹੋਣੀਆਂ ਸਨ ਪਿਛਲੇ ਸਾਲ। ਉਹ ਰੱਦ ਨਹੀਂ ਹੋਈਆਂ, ਉਹਨਾਂ ਨੂੰ ਪੋਸਟਪੋਨ ਕੀਤਾ ਗਿਆ ਤੇ ਕਿਹਾ ਜਾ ਰਿਹਾ ਕਿ ਇਸ ਸਾਲ ਜ਼ਰੂਰ ਹੋਣਗੀਆਂ, ਭਾਵੇਂ ਜਿਵੇਂ ਵੀ ਮਰਜ਼ੀ ਜਮਾਨ ਵਾਲੇ ਕਰਵਾਉਣ। ਉਹ ਆਰਗੇਨਾਈਜ਼ਡ ਨੇ, ਬਹੁਤ ਆਰਗੇਨਾਈਜ਼ਡ ਵਿਅਕਤੀ ਨੇ। ਸਾਰੀ ਦੁਨੀਆ ਉਹਨਾਂ ਦੀ ਤਕਨੋਲੋਜੀ ਵਰਤਦੀ ਹੈ ਤੇ ਗੱਲਾਂ ਕਰਦੀ ਹੈ, ਉਹਨਾਂ ਦੀਆਂ ਗੱਡੀਆਂ ਦੀਆਂ ਵੀ ਤੇ ਇਲੈਕਟ੍ਰੋਨਿਕਸ ਦੀਆਂ ਵਸਤਾਂ ਦੀਆਂ ਵੀ। ਆਪਣੇ ਆਪ ਨੂੰ ਖੜਿਆ ਕੀਤਾ ਉਹਨਾਂ ਨੇ। ਹੁਣ ਅਸੀਂ ਭਾਰਤ ਕੋਲ 2 ਬ੍ਰਾਂਡ ਇਹੋ ਜਿਹੇ ਨੇ ਜਿਹੜੇ ਦੁਨੀਆ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਆਪਣੇ ਤੌਰ ਤੇ ਕ੍ਰੀਏਟ ਕੀਤੇ ਨੇ ਤੇ ਮਾੜਾ ਮੋਟਾ ਨਾਂ ਕੋ ਸਾਡਾ ਦੁਨੀਆ ਦਾ ਹੈ। ਇੱਕ ਹੈ ਬਾਲੀਵੁੱਡ ਤੇ ਦੂਸਰਾ ਹੈ IPL ਕ੍ਰਿਕਟ ਹੈ। 8 ਕੋ ਮੁਲਕ ਰਲਾ ਕੇ ਜਿਹੜੇ ਨੇ ਇਸ ਵਿੱਚ ਵਧੀਆ ਕ੍ਰਿਕਟ ਖੇਡਦੇ ਨੇ, ਬਾਕੀ ਛੋਟੇ ਮੋਟੇ ਨੇ, ਕਦੀ ਉਹ ਆ ਜਾਂਦੇ ਨੇ ਕਦੀ ਚਲੇ ਜਾਂਦੇ ਨੇ, ਇਸ ਤਰ੍ਹਾਂ ਦਾ ਉਹਨਾਂ ਦਾ ਸਿਸਟਮ ਹੈ। 7-8 ਮੁਲਕਾਂ ਦੇ ਵਿੱਚ ਕੰਪੀਟੀਸ਼ਨ ਹੈ, ਕੋਈ ਜ਼ਿਆਦਾ ਦੇਸ਼ਾਂ ਵਿੱਚ ਖੇਡੀ ਜਾਣ ਵਾਲੀ ਗੇਮ ਨਹੀਂ ਹੈ। ਲੰਬੀ ਚੌੜੀ ਗੇਮ ਹੈ, ਪਰ ਇਸ ਦਾ ਪਸਾਰਾ ਕੁਝ ਹੋ ਗਿਆ ਤੇ ਭਾਰਤ ਨੇ ਇਸ ਦਾ ਖੂਬ ਫਾਇਦਾ ਚੱਕਿਆ। ਹਾਕੀ ਸਾਡੀ ਰਾਸ਼ਟਰੀ ਖੇਡ ਹੈ ਅੱਜ ਵੀ, ਤੇ 7-8 ਸਾਲ ਪਹਿਲਾਂ ਭਾਜਪਾ ਦੇ ਇੱਕ ਆਗੂ ਨੇ ਕਹਿ ਦਿੱਤਾ ਸੀ ਕਿ ਉਹ ਹੁਣ ਛੱਡ ਕੇ ਤੇ ਸਾਨੂੰ ਹੁਣ ਕ੍ਰਿਕਟ ਨੂੰ ਰਾਸ਼ਟਰੀ ਖੇਡ ਬਣਾਉਣਾ ਚਾਹੀਦਾ ਕਿਉਂਕਿ ਉਹ ਜ਼ਿਆਦਾ ਵੱਡੀ ਹੈ। ਤੇ ਕੱਲ੍ਹ ਨੂੰ ਕ੍ਰਿਕਟ ਵਿੱਚ ਅਸੀਂ ਹਾਰਨ ਲੱਗ ਪਏ ਤੇ ਕੀ ਵੀ ਇਹਨੂੰ ਵੀ ਛੱਡ ਦਿਓਗੇ? ਫੇਰ ਕੀ ਬਣਾਓਗੇ ਰਾਸ਼ਟਰੀ ਖੇਡ? ਬਾਲੀਵੁੱਡ ਨੂੰ ਕਿਹੜੀ ਚੀਜ਼ ਨੂੰ ਬਣਾਇਆ ਜਾਵੇਗਾ? ਹੁਣ ਇਹ IPL ਜਿਹੜੀ ਸੀ ਇਹ ਲੀਗ ਕ੍ਰਿਕਟ ਦੀ ਸ਼ੁਰੂ ਕੀਤੀ ਗਈ ਕਿਉਂਕਿ 2 ਹੀ ਮੁਲਕ ਅਜਿਹੀ ਸਥਿਤੀ ਵਿੱਚ ਸਨ, ਬਲਕਿ 3 ਮੁਲਕ ਜਿਹੜੇ ਕ੍ਰਿਕਟ ਦੀ ਲੀਗ ਪ੍ਰੋਪਰ ਤਰੀਕੇ ਨਾਲ ਸ਼ੁਰੂ ਕਰ ਸਕਦੇ ਸੀ। ਕਾਉਂਟੀ ਕ੍ਰਿਕਟ ਇੰਗਲੈਂਡ ਦੇ ਵਿੱਚ ਚੱਲਦੀ ਹੈ, ਉਹ ਹੋਰ ਕਿਸਮ ਦੀ ਹੈ, ਉਸ ਦਾ ਕਮਰਸ਼ੀਅਲ ਐਸਪੈਕਟ ਘੱਟ ਹੈ। ਪਰ ਬਿਗ ਬੈਸ਼ ਲੀਗ ਜਿਹੜੀ ਸੀ ਆਸਟ੍ਰੇਲੀਆ ਵਿੱਚ ਸ਼ੁਰੂ ਹੋ ਗਈ, ਉਹਨਾਂ ਨੇ ਪਹਿਲਾਂ ਸ਼ੁਰੂ ਕਰ ਲਈ। ਇੱਕ ਭਾਰਤ ਵਿੱਚ ਇੱਕ ਅਨਆਥੋਰਾਈਜ਼ਡ ਜਿਹੜੀ ਸੀ ਉਹ ਗੈਰ ਪ੍ਰਵਾਨਿਤ ਲੀਗ ਜਿਹੜੀ ਸੀ ਉਹ ਵੀ ਸ਼ੁਰੂ ਹੋ ਗਈ, ਹੁਣ ਬੰਦ ਹੋ ਚੁੱਕੀ ਹੈ। ਪਾਕਿਸਤਾਨ ਨੇ ਆਪਣੀ ਲੀਗ ਸ਼ੁਰੂ ਕਰਨੀ ਸੀ, ਪਰ ਪਾਕਿਸਤਾਨ ਵਾਲਿਆਂ ਦੇ ਆਪਣੇ ਵਾਜੇ ਵੱਜੇ ਹੋਏ ਸਨ। ਅੱਤਵਾਦ ਦਾ ਇੰਨਾ ਬੋਲਬਾਲਾ ਸੀ ਕਿ ਕੋਈ ਪਲੇਅਰ ਜਾਂ ਕੋਈ ਟੀਮ ਉੱਥੇ ਜਾਣ ਨੂੰ ਤਿਆਰ ਨਹੀਂ ਸੀ। ਸੋ ਉਹਨਾਂ ਦੇ ਜਿਹੜੇ PSL ਜਿਹੜੀ ਹੁਣ ਸ਼ੁਰੂ ਹੋਈ ਹੈ ਉਸ ਤੇ ਲੀਕ ਵੱਜ ਗਈ ਪਹਿਲਾਂ, ਤੇ ਉਹ ਉਨੀ ਤੇਜ਼ੀ ਨਾਲ ਅੱਗੇ ਉਸ ਦਾ ਗ੍ਰਾਫ ਨਹੀਂ ਵੱਧ ਸਕਿਆ ਜਿੰਨਾ ਕਿ IPL ਦਾ ਵਧਿਆ। ਤੇ ਭਾਰਤ ਵਿੱਚ IPL ਜਦੋਂ ਆਈ ਹੈ ਤੇ ਪਲੇਅਰਾਂ ਦੀ ਖਰੀਦੋ ਫਰੋਖਤ ਇਸ ਤਰ੍ਹਾਂ ਮੰਡੀ ਦੇ ਵਿੱਚ ਹੋਈ ਜੇ ਭਾਰਤੀਆਂ ਨੇ ਪਹਿਲੀ ਵਾਰੀ ਦੇਖੀ। ਖੈਰ ਇਹ ਪੱਛਮੀ ਮੁਲਕਾਂ ਦੇ ਵਿੱਚ ਬਹੁਤ ਜਗ੍ਹਾ ਤੇ ਹੁੰਦੀ ਹੈ, ਫੁੱਟਬਾਲ ਦੀ, ਔਰ ਅਮਰੀਕਾ ਦੇ ਵਿੱਚ ਬੇਸਬਾਲ ਹੈ, ਆਪਣੇ ਬਾਸਕਟਬਾਲ ਹੈ, ਆਈਸ ਹਾਕੀ ਹੈ ਜਾਂ ਹਾਕੀ ਜਿਸ ਨੂੰ ਉੱਥੇ ਕਹਿ ਦਿੱਤਾ ਜਾਂਦਾ ਹੈ, ਤੇ ਹੋਰ ਵੀ ਲੀਗਸ ਨੇ ਬਹੁਤ ਵੱਡੀਆਂ ਮਿਲੀਅਨਸ ਡਾਲਰ ਦੇ ਵਿੱਚ ਰਕਮਾਂ ਦੇ ਵਿੱਚ ਪਲੇਅਰ ਖਰੀਦੇ ਵੇਚੇ ਜਾਂਦੇ ਨੇ। IPL ਨੇ ਵੀ ਠੀਕ ਠਾਕ ਰਕਮਾਂ ਦੇ ਮੁੱਲ ਆ ਕੇ ਸ਼ੁਰੂ ਕਰ ਲਿਆ। ਹੁਣ IPL ਨੂੰ ਕਰਵਾਉਣ ਵਾਲੇ ਕੌਣ ਸਨ? ਜ਼ਾਹਿਰਾ ਤੌਰ ਤੇ ਪ੍ਰਾਈਵੇਟ ਕੰਪਨੀਆਂ ਦਾ ਇਹ ਟੋਟਲ ਬੋਲਬਾਲਾ ਸੀ, ਭਾਵੇਂ ਕਿ ਇਸ ਦੀ ਓਪਰੀ ਦੇਖ-ਰੇਖ ਜਿਹੜੀ ਸੀ BCCI ਬੋਰਡ ਫਾਰ ਕ੍ਰਿਕਟ ਕੰਟਰੋਲ ਇਨ ਇੰਡੀਆ ਕਰਦਾ ਸੀ। ਹੁਣ ਇਹ ਵੇਚ ਦਿੱਤੇ ਗਏ ਇੰਡੀਵਿਜੂਅਲ ਵਿਅਕਤੀਆਂ ਨੂੰ, ਕੰਪਨੀਆਂ ਨੂੰ। ਮੁਕੇਸ਼ ਅੰਬਾਨੀ ਨੇ ਬੰਬੇ ਵਾਲੀ ਟੀਮ ਖਰੀਦ ਲਈ, ਪੰਜਾਬ ਵਾਲੀ ਕਿਸੇ ਹੋਰ ਨੇ ਖਰੀਦ ਲਈ, ਜਿਹੜੇ ਤੇ ਇਸੇ ਤਰ੍ਹਾਂ ਕੋਲਕਾਤਾ ਵਾਲੀ ਸ਼ਾਹਰੁਖ ਖਾਨ ਨੇ ਖਰੀਦ ਲਈ। ਵੱਡੇ ਵਪਾਰਕ ਅਦਾਰਿਆਂ ਨੇ ਜਿਹੜੇ ਸੀ ਉਹ ਸਾਂਭ ਲਿਆ। ਪਰ ਭਾਰਤ ਇੰਨੇ ਪੈਸੇ ਖਰਚਣ ਦੇ ਬਾਵਜੂਦ ਵੀ IPL ਨੂੰ ਕਦੀ ਇਦਾਂ ਘਰੇਲੂ ਇਵੈਂਟ ਦੇ ਤੌਰ ਤੇ ਡਿਵੈਲਪ ਨਹੀਂ ਕਰ ਸਕਿਆ ਜਿੱਦਾਂ ਕਿ ਉਹਨਾਂ ਨੂੰ ਔਖੇ ਸਮਿਆਂ ਦੇ ਵਿੱਚ ਕਰਨਾ ਚਾਹੀਦਾ ਸੀ। ਜਦੋਂ ਇਲੈਕਸ਼ਨਾਂ ਹੋਈਆਂ ਲੋਕ ਸਭਾ ਦੀਆਂ ਮਨਮੋਹਨ ਸਿੰਘ ਦੇ ਵੇਲੇ, ਤੇ ਇਹ ਕਹਿ ਕੇ ਲੀਗ ਜਿਹੜੀ ਸੀ ਉਹ ਬਾਹਰ ਲੈ ਗਏ ਕਿ ਦੇਖੋ ਜੀ ਸਾਡੇ ਤਾਂ ਇਲੈਕਸ਼ਨਾਂ ਹੋਣੀਆਂ ਨੇ ਸਾਡੇ ਮੁਲਕ ਵਿੱਚ, ਸਾਡੇ ਕੋਲ ਇੰਨੀ ਸਿਕਿਉਰਿਟੀ ਨਹੀਂ, ਅਸੀਂ ਇਹਨਾਂ ਨੂੰ ਦੇ ਸਕਦੇ, ਇਹ ਕਿਤੇ ਹੋਰ ਕਰਵਾ ਲਓ ਤੁਸੀਂ। ਲਲਿਤ ਮੋਦੀ ਇਸ ਦੇ ਆਗੂ ਸਨ IPL ਦੇ, ਉਹ ਚੁੱਕ ਕੇ ਸਾਊਥ ਅਫਰੀਕਾ ਲੈ ਗਏ ਤੇ ਹਰ ਮੈਚ ਤੋਂ ਬਾਅਦ ਉੱਥੇ ਦੇ ਕਿਸੇ ਸਕੂਲ ਨੂੰ, ਕਿਸੇ ਹਸਪਤਾਲ ਨੂੰ ਚੈੱਕ ਦਿੰਦੇ ਸਨ, ਪੈਸੇ ਦਿੰਦੇ ਸਨ ਸਾਊਥ ਅਫਰੀਕਾ ਦੇ ਵਿੱਚ। ਤੇ ਭਾਰਤ ਵਿੱਚ ਤੇ ਕਦੀ ਇਸ ਤਰ੍ਹਾਂ ਨਾ ਕੀਤਾ। ਹੁਣ ਭਾਰਤ ਵਿੱਚ ਸਿਸਟਮ ਡਿਵੈਲਪ ਨਹੀਂ ਕੀਤਾ ਗਿਆ।
ਜਦੋਂ ਇਹ ਬਿਮਾਰੀ ਆਈ ਤੇ ਦੁਬਈ ਦੇ ਵਿੱਚ ਤੇ ਉਸਦੇ ਆਸ-ਪਾਸ UAE ਸੰਯੁਕਤ ਅਰਬ ਅਮੀਰਾਤ ਦੇ ਵਿੱਚ ਜਿੰਨੇ ਮੁਲਕ ਨੇ ਆਉਂਦੇ ਨੇ ਉਹਨਾਂ ਦੇ ਵਿੱਚ ਕਰਵਾਈ ਗਈ ਲੀਗ ਸ਼ਾਰਜਾ ਵਗੈਰਾ ਤੇ ਹੋਰ ਦੂਜੇ ਤੀਜਿਆਂ 'ਚ। ਦੇਖੋ ਉਹਨਾਂ ਕੋਲੋਂ ਕ੍ਰਿਕਟ ਖੇਡਦੇ ਵੀ ਨਹੀਂ ਪਰ ਫਿਰ ਵੀ ਉਸ ਨੂੰ ਕਰਵਾਉਣ ਦੇ ਸਮਰੱਥ ਨੇ। ਭਾਰਤ ਵਿੱਚ ਐਤਕੀ ਕੁਆਰੰਟਾਈਨ ਨੂੰ ਮੁੱਖ ਰੱਖ ਕੇ ਤੇ ਪਲੇਅਰਾਂ ਨੂੰ ਬਬਲ ਦੇ ਵਿੱਚ, ਬਬਲ ਇਹ ਹੈ ਕਿ ਜਿਵੇਂ ਇੱਕ ਅਦਾਰੇ ਨੂੰ ਪੂਰੇ ਦੇ ਪੂਰੇ ਨੂੰ ਬੰਦ ਕਰ ਲਿਆ ਜਾਵੇ ਤੇ ਉਹਨਾਂ ਨੂੰ ਅੰਦਰ ਅੰਦਰ ਰੱਖਿਆ ਜਾਵੇ, ਬਾਹਰਲੀ ਕੋਈ ਚੀਜ਼ ਦੇ ਨਾਲ ਉਹਨਾਂ ਦਾ ਸੰਬੰਧ ਨਾ ਹੋਵੇ, ਉੱਥੇ ਰੱਖੇ ਉਹਨਾਂ ਨੂੰ ਤੇ ਕਰਵਾਉਣੀ ਸ਼ੁਰੂ ਕਰਤੀ। ਅੱਧੇ ਕੋ ਮੈਚ ਹੋਏ ਤੇ ਫੇਰ ਬੰਦ ਕਰਾਉਣੀ ਪੈ ਗਈ। ਪੂਰੇ ਦੇ ਪੂਰੇ ਸਟਾਫ ਕਈ ਜਗ੍ਹਾ ਤੇ ਜਿਹੜੇ ਸੀ ਉਹਨਾਂ ਨੂੰ ਕਰੋਨਾ ਪੋਜ਼ਿਟਿਵ ਹੋ ਗਿਆ, ਖਿਡਾਰੀ ਵੀ ਹੋ ਗਏ, ਉਹ ਬੰਦ ਕਰਵਾਉਣੀ ਪਈ। ਪਰ ਪੈਸੇ ਦਾ ਜਿਹੜਾ ਇੰਨਾ ਬੋਲਬਾਲਾ ਹੈ, ਜਿਨ੍ਹਾਂ ਦੇ ਸਟੇਕ ਇੰਨੇ ਹਾਈ ਨੇ, ਉਹ ਫੇਰ ਉਹਨਾਂ ਦੇ ਚਿੰਗਾੜੀ ਉੱਠੀ ਤੇ ਉਹਨਾਂ ਨੇ ਚੁੱਕ ਕੇ ਤੇ ਇਸ ਨੂੰ ਦੁਬਈ ਦੇ ਵਿੱਚ ਕਰਾਉਣ ਦਾ ਹੁਣ ਫੈਸਲਾ ਜਿਹੜਾ ਹੈ ਫੇਰ ਕਰ ਲਿਆ। ਉਸ ਲਈ ਜਿਹੜੀ ਹੈ ਕਾਰਵਾਈ ਜਿਹੜੀ ਹੈ ਕੀਤੀ ਜਾ ਰਹੀ ਹੈ। ਤੇ ICC ਕ੍ਰਿਕਟ ਵਰਲਡ ਕੱਪ ਵੀ ਭਾਰਤ ਵਿੱਚ ਹੋਣਾ ਸੀ, ਉਹ ਪੋਸਟਪੋਨ ਹੋਇਆ ਤੇ ਭਾਰਤ ਸਰਕਾਰ ਹੁਣ ਇਹ ਕਹਿ ਰਹੀ ਹੈ ਕਿ ਉਸ ਦੀ ਮੇਜ਼ਬਾਨੀ ਸਾਡੇ ਹੱਥੋਂ ਨਾ ਕਿਤੇ ਖੁੱਸ ਜਾਵੇ, ਕਿਉਂਕਿ ਆਸਟ੍ਰੇਲੀਆ ਵਿੱਚ ਹਾਲਾਤ ਜਿਹੜੇ ਨੇ ਕਾਬੂ ਹੇਠ ਨੇ, ਕਿਤੇ ਉੱਥੇ ਨਾ ਹੋ ਜਾਵੇ ਉਹ ਸ਼ਿਫਟ। ਇਹ ਕਹਿੰਦੇ ਉਹਦੇ ਲਈ ਸਾਨੂੰ ਥੋੜਾ ਜਿਹਾ ਸਮਾਂ ਦਿਓ ਤੇ ਉਹ ਅਸੀਂ ਤਿਆਰੀ ਕਰ ਲਵਾਂਗੇ। ਜੀ ਕੁਲਦੀਪ ਜੀ, ਇਹ ਨੋਟਾਂ ਦੀ ਜਿਹੜੀ ਖੇਡ ਆ ਕ੍ਰਿਕਟ, ਕਿਤੇ ਬਾਕੀ ਖੇਡਾਂ ਨੂੰ ਖਾ ਤਾਂ ਨਹੀਂ ਗਈ? ਨਹੀਂ, ਇਹ ਨਹੀਂ ਮੈਂ ਕਹਿ ਸਕਦਾ। ਬਾਕੀ ਖੇਡਾਂ ਨੂੰ ਜਾਣ ਬੁੱਝ ਕੇ ਅਣਦੇਖਿਆ ਕੀਤਾ ਗਿਆ। ਪ੍ਰਗਟ ਸਿੰਘ, ਮੈਂ ਸੋਚਦਾ ਕਿਸੇ ਵੇਲੇ ਉਹਨਾਂ ਨੂੰ ਮੈਂ ਪੁੱਛਾਂ ਕਿ ਹਾਕੀ ਦੇ ਤੁਸੀਂ ਕਪਤਾਨ ਰਹੇ ਹੋ ਭਾਰਤ ਦੇ, ਤੇ ਇਸ ਖੇਡ ਦਾ ਇੰਨਾ ਥੱਲਾ ਕਿਉਂ ਲੱਗਿਆ? ਇੱਕ ਤਾਂ ਮੈਂ ਦੱਸ ਦੇਵਾਂ ਕਿ ਹਾਕੀ ਅੱਗੇ ਨਾਲੋਂ ਬਿਹਤਰ ਹੋਈ ਹੈ, ਉਸ ਦੀ ਵੀ ਇੱਕ ਲੀਗ ਭਾਰਤ ਵਿੱਚ ਸ਼ੁਰੂ ਹੋਈ ਹੈ, ਅੱਗੇ ਨਾਲੋਂ ਬੈਟਰ ਹੈ। ਭਾਰਤ ਦੀ ਰੈਂਕਿੰਗ 5-6 ਦੇ ਆਸ-ਪਾਸ ਦੱਸੀ ਜਾਂਦੀ ਹੈ ਹਾਕੀ ਦੀ ਇਸ ਵੇਲੇ, ਜੋ ਕਿ ਠੀਕ ਠਾਕ ਹੈ। ਕੰਪੀਟੀਸ਼ਨ ਬਹੁਤ ਹੈ, ਬਹੁਤ ਮੁਲਕ ਹਾਕੀ ਖੇਡਦੇ ਨੇ। ਪ੍ਰਗਟ ਸਿੰਘ ਦੀ ਕਪਤਾਨੀ ਹੇਠ ਮਲੇਸ਼ੀਆ ਵਿੱਚੋਂ ਇੱਕ ਵਾਰੀ ਟੀਮ ਜਿਹੜੀ ਸੀ ਇੱਕ ਟੂਰਨਾਮੈਂਟ ਜਿੱਤ ਕੇ ਆਉਂਦੀ ਹੈ, ਤੇ ਜਦੋਂ ਸਿੰਗਾਪੁਰ ਆ ਕੇ ਪਹੁੰਚਦੇ ਨੇ, 에ਅਰ ਇੰਡੀਆ ਦੀ ਫਲਾਈਟ ਹੈ, ਸਰਕਾਰੀ ਫਲਾਈਟ ਜਿਸ ਵਿੱਚ ਉਹ ਆ ਰਹੇ ਨੇ, ਉਹ ਕਹਿੰਦੇ ਨੇ ਕਿ ਅੱਜ ਜਹਾਜ਼ ਨਹੀਂ ਜਾਣਾ, ਇਹ ਇੱਥੋਂ ਹੁਣ ਕੱਲ੍ਹ ਨੂੰ ਜਾਵੇਗਾ ਤੇ ਤੁਸੀਂ ਆਪਣਾ ਇੰਤਜ਼ਾਮ ਕਰ ਲਓ। ਦੇਸ਼ ਦੀ ਰਾਸ਼ਟਰੀ ਹਾਕੀ ਟੀਮ ਨੂੰ ਉਹਨਾਂ ਦੇ ਹਾਲ ਤੇ ਛੱਡ ਦਿੱਤਾ ਜਾਂਦਾ ਹੈ। ਉਹ ਪੰਜਾਬ ਦੇ ਬਹੁਤੇ ਪਲੇਅਰ ਸਨ, ਉਹਨਾਂ ਨੇ ਗੁਰਦੁਆਰਾ ਸਾਹਿਬ ਦਾ ਉੱਥੋਂ ਐਡਰੈਸ ਲੱਭਿਆ ਤੇ ਗੁਰਦੁਆਰੇ ਵਿੱਚ ਰਾਤ ਕੱਟ ਕੇ ਤੇ ਫਿਰ ਅਗਲੇ ਦਿਨ ਟੀਮ ਜਿਹੜੀ ਸੀ ਉਹ 에ਅਰ ਇੰਡੀਆ ਵਾਲਿਆਂ ਨੇ ਪਹੁੰਚਾਈ ਇਕਨੋਮੀ ਕਲਾਸ ਦੇ ਵਿੱਚ। ਜਿਵੇਂ ਵੀ ਜਾਣ ਬੁੱਝ ਕੇ ਕ੍ਰਿਕਟ ਆਪਣੇ ਥਾਂ ਤੇ ਡਿਵੈਲਪ ਹੋ ਸਕਦੀ ਸੀ, ਇਸ ਵਿੱਚ ਕੋਈ ਸ਼ੱਕ ਨਹੀਂ। ਕ੍ਰਿਕਟ ਦਾ ਕੋਈ ਕਸੂਰ ਨਹੀਂ ਹੈ, ਕਸੂਰ ਐਡਮਿਨਿਸਟ੍ਰੇਟਰਾਂ ਦਾ, ਸਰਕਾਰਾਂ ਦਾ, ਜਿਨ੍ਹਾਂ ਨੇ ਜਾਣ ਬੁੱਝ ਕੇ ਬਾਕੀ ਖੇਡਾਂ ਦਾ ਥੱਲਾ ਲਾਇਆ। ਕਬੱਡੀ ਵੀ ਇਸੇ ਤਰ੍ਹਾਂ ਦੀ ਸਾਡੀ ਖੇਡ ਸੀ, ਉਹਨੂੰ ਮਾਂ ਖੇਡ ਕਹਿ ਕੇ ਪ੍ਰਚਾਰਿਆ ਗਿਆ, ਪਰ ਰੱਖਿਆ ਕਿਵੇਂ ਗਿਆ ਆਪਣੇ ਕੋਲ? ਬਾਦਲ ਸਰਕਾਰ ਵੇਲੇ ਵੱਡੇ ਵੱਡੇ ਟੂਰਨਾਮੈਂਟ ਵਰਲਡ ਕੱਪ ਹੁੰਦੇ ਸਨ, ਉਹ 4 ਸਾਲ ਹੋਏ ਫਿਰ ਬੰਦ ਹੈ। ਤੁਸੀਂ ਭਾਈ ਸਿਸਟਮ ਡਿਵੈਲਪ ਕਰੋ, ਸਿਸਟਮ ਨਹੀਂ ਡਿਵੈਲਪ ਕਰ ਸਕੇ। ਸਰਕਾਰਾਂ ਆਉਣ ਜਾਣ ਜਿਹੜੀਆਂ ਮਰਜ਼ੀ ਆਉਣ, ਤੇ ਇਸ ਗੱਲ ਨਾਲ ਫਰਕ ਨਹੀਂ ਹੋਣਾ ਚਾਹੀਦਾ। ਕੋਈ ਪ੍ਰੋਪਰ ਸਿਸਟਮ ਕਦੇ ਕੋ ਬਣਾਇਆ ਨਹੀਂ ਗਿਆ। ਜੀ ਕੁਲਦੀਪ ਜੀ, ਇੱਕ ਬੜਾ ਵਿਵਾਦਤ ਮਾਮਲਾ ਸਾਹਮਣੇ ਆਇਆ। ਕੋਈ ਬੀੜੀਆਂ ਬਣਾਉਣ ਵਾਲੀ ਫੈਕਟਰੀ ਹੈ ਤੇ ਉਹਨੇ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਲਾਤੀ ਬੀੜੀ ਦੇ ਉੱਤੇ। ਇਹ ਸਵਲੀਨ ਜੀ ਪਹਿਲੀ ਵਾਰੀ ਨਹੀਂ ਹੋਇਆ। ਇਸ ਤਰ੍ਹਾਂ ਦੇ ਦੁਨੀਆ ਦੇ ਕਈ ਖੇਤਰਾਂ ਦੇ ਵਿੱਚ ਹੁੰਦਾ ਹੈ, ਕੈਨੇਡਾ ਵਿੱਚ ਵੀ ਤੇ ਅਮਰੀਕਾ ਵਿੱਚ ਵੀ ਇਹੋ ਜਿਹੀਆਂ ਘਟਨਾਵਾਂ ਹੋਈਆਂ ਨੇ ਸਿੱਖ ਧਰਮ ਨਾਲ ਸੰਬੰਧਿਤ। ਤੇ ਸਭ ਤੋਂ ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਕਿ ਉਹਨਾਂ ਪੱਛਮੀ ਮੁਲਕਾਂ ਦੇ ਵਿੱਚ ਜਦੋਂ ਕਿਸੇ ਨਾਲ ਵਿਅਕਤੀ ਨਾਲ ਨਫ਼ਰਤ ਹੋਵੇ, ਖੈਰ ਗੁਰੂ ਗੋਬਿੰਦ ਸਿੰਘ ਜੀ ਨਾਲ ਜਾਂ ਧਾਰਮਿਕ ਆਗੂਆਂ ਨੂੰ ਨਫ਼ਰਤ ਦੇ ਪਾਤਰ ਬਣਾਉਣਾ ਤੇ ਕਿਸੇ ਪਾਸਿਓਂ ਵੀ ਵਾਜਬ ਨਹੀਂ। ਇਹ ਤੇ ਨਿਰੀ ਪੂਰੀ ਸ਼ਰਾਰਤ ਹੈ। ਜਿਵੇਂ ਇਹਨੂੰ ਮੈਂ ਕਲੀਅਰ ਕਰ ਦੇਵਾਂ, ਇਹ ਤਾਂ ਕੋਈ ਵੈਲੋਰ ਦੀ ਇੱਕ ਫੈਕਟਰੀ ਹੈ, ਉਹਨਾਂ ਨੇ ਬੀੜੀਆਂ ਬਣਾਉ, ਇਹ ਪਹਿਲੀ ਵਾਰੀ ਨਹੀਂ ਹੋਇਆ। ਇਸ ਤਰ੍ਹਾਂ ਜਰਦੇ ਤੇ ਪੈਕਟ ਤੇ ਹੋਰ ਚੀਜ਼ਾਂ ਦੇ ਪੈਕਟ ਤੇ ਇਸ ਤਰ੍ਹਾਂ ਦੀ ਤਸਵੀਰ ਲਾਉਣ ਦੀ ਸ਼ਰਾਰਤ ਜਿਹੜੀ ਹੈ ਕੀਤੀ ਜਾਂਦੀ ਰਹੀ, ਤੇ ਬਾਅਦ ਵਿੱਚ ਮਾਫੀ ਮੰਗ ਲਈ ਜਾਂਦੀ ਹੈ। ਤੇ ਸਾਡੇ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਮੁੱਦਾ ਚੁੱਕ ਲਿਆ, ਤੇ ਹੋ ਸਕਦਾ ਹੈ ਕਿ ਇਸ ਮੁੱਦੇ ਤੇ ਕੋਈ ਨਾ ਕੋਈ ਜਿਹੜਾ ਆਉਣ ਵਾਲੇ ਦਿਨਾਂ ਵਿੱਚ ਕੋਈ ਕਾਰਵਾਈ ਹੋਵੇ ਤੇ ਉਹ ਮਾਫੀ ਵਗੈਰਾ ਮੰਗ ਲੈਣ ਜਾਂ ਸਰਕਾਰ ਕੋਈ ਕਰੇ। ਤਾਮਿਲਨਾਡੂ ਦੀ ਇਹ ਘਟਨਾ ਹੈ ਤੇ ਇਸ ਨੂੰ ਸ਼ਰਾਰਤ ਦੇ ਤੌਰ ਤੇ ਹੀ ਦੇਖਣਾ ਬਣਦਾ ਹੈ, ਔਰ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ ਸਰਕਾਰਾਂ ਨੂੰ ਅੱਖਾਂ ਖੋਲ ਕੇ ਰੱਖਣੀਆਂ ਚਾਹੀਦੀਆਂ ਨੇ। ਸਰਕਾਰਾਂ ਨੂੰ ਚਾਹੀਦਾ ਕਿ ਇਹਨਾਂ ਬੰਦਿਆਂ ਨੂੰ ਘੱਟੋ ਘੱਟ ਸਜ਼ਾ ਜ਼ਰੂਰ ਹੋਵੇ, ਕਿ ਇਹੋ ਜਿਹਾ ਗੱਲ ਨਾ ਹੋਵੇ। ਇਸ ਦਾ ਕਾਰਨ ਸਵਲੀਨ ਜੀ ਇਹ ਨਹੀਂ ਕਿ ਮੈਂ ਕਿਸੇ ਖੂਨ ਦੇ ਨਾਤੇ ਜਾਂ ਗੁਰੂ ਗੋਬਿੰਦ ਸਿੰਘ ਦੀ ਕਿਸੇ ਨਾਲ ਵੀ ਜਿਹੜੀ ਗੱਲ ਹੈ ਇਸ ਤਰ੍ਹਾਂ ਦੀ ਹੁੰਦੀ ਹੈ ਤੇ ਇਸ ਨਾਲ ਦੰਗੇ ਭੜਕਣ ਤੱਕ ਦਾ ਖਤਰਾ ਰਹਿੰਦਾ। ਫਿਰ ਕੌਣ ਜ਼ਿੰਮੇਵਾਰ ਹੈ? ਜਦੋਂ ਇਹ ਕੋਈ ਵੱਡੀ ਸ਼ਰਾਰਤ, ਇਸਨੇ ਸ਼ਰਾਰਤ ਦੇ ਵਿੱਚ ਸ਼ੇਰ ਆਇਆ, ਇਹ ਜੇ ਕੋਈ ਵੱਡੀ ਸ਼ਰਾਰਤ ਕਰ ਲਈ ਤੇ ਫਿਰ ਕੀ ਬਣੇਗਾ? ਇਸ ਕਰਕੇ ਇਹਨਾਂ ਨੂੰ ਇੱਕ ਵਾਰੀ ਤਕੜੇ ਹੋ ਕੇ ਇਹਨਾਂ ਵਿਅਕਤੀਆਂ ਨੂੰ ਹੱਥ ਪਾਉਣੇ ਚਾਹੀਦੇ ਨੇ, ਤਾਂ ਕਿ ਗਾਂਹ ਵਾਸਤੇ ਕੰਨ ਹੋ ਜਾਣ। ਸਜ਼ਾ ਵੀ ਇਸੇ ਕਰਕੇ ਦਿੱਤੀ ਜਾਂਦੀ ਹੈ ਕਿ ਦੂਸਰਿਆਂ ਨੂੰ ਪਤਾ ਲੱਗ ਸਕੇ ਕਿ ਆਹ ਜੁਰਮ ਕਰਾਂਗੇ, ਇਸ ਤਰ੍ਹਾਂ ਕਰਾਂਗੇ, ਸਾਨੂੰ ਆਹ ਸਜ਼ਾ ਮਿਲੇਗੀ। ਇਹਨਾਂ ਵਿਅਕਤੀਆਂ ਤੇ ਸ਼ਿਕੰਜਾ ਕੱਸਣਾ ਜ਼ਰੂਰੀ ਹੈ। ਹੁਣ ਇਹ ਬਾਹਰਲੇ ਦੇਸ਼ਾਂ ਵਿੱਚ ਵੀ ਹੁੰਦਾ। ਇੱਕ ਮੈਂ ਦੱਸ ਦੇਵਾਂ ਇੰਟਰਸਟਿੰਗ ਫੈਕਟ ਹੈ ਕਿ ਜਦੋਂ ਕਿਸੇ ਨਾਲ ਨਫ਼ਰਤ ਹੋਵੇ ਤੇ ਉਹਨਾਂ ਦੀ ਤਸਵੀਰ ਜਿਹੜੀ ਹੈ ਲੋਕਾਂ ਦੀ, ਉਹ ਟਾਇਲਟ ਪੇਪਰ ਤੇ ਜਾਂ ਫੁੱਟਮੈਟ ਜਿਨ੍ਹਾਂ ਤੇ ਪੈਰ ਰੱਖਦੇ ਆ ਘਰਾਂ ਦੇ ਬਾਹਰ, ਉਹਨਾਂ ਤੇ ਛਾਪ ਦਿੱਤੀ ਜਾਂਦੀ ਹੈ ਜਾਣ ਬੁੱਝ ਕੇ। ਤੇ ਕਈ ਵਾਰੀ ਰੌਲਾ ਰੱਪਾ ਪੈਂਦਾ। ਖੈਰ ਉਹ ਪੱਛਮੀ ਸੱਭਿਅਤਾ ਹੈ, ਪਰ ਭਾਰਤ ਵਿੱਚ ਬਹੁਤ ਰੰਗੀ ਮੁਲਕ ਹੈ, ਬਹੁਤ ਧਰਮਾਂ ਦਾ ਮੁਲਕ ਹੈ, ਬਹੁਤ ਕਿਸਮਾਂ ਦੇ ਲੋਕ ਨੇ, ਹਰ ਇੱਕ ਦੀ ਇੱਜ਼ਤ ਹੈ, ਔਰ ਸਿੱਖਾਂ ਦੀ ਮਾਈਨੋਰਿਟੀ ਕੌਮ ਹੈ। ਜੇ ਕੋਈ ਇਸ ਤਰ੍ਹਾਂ ਦੀ ਸ਼ਰਾਰਤ ਦੂਰ ਦਰਾਡੇ ਦੇ ਕਿਸੇ ਹਿੱਸੇ ਵਿੱਚ ਕਰਦਾ ਹੈ, ਤੇ ਖਰੇ ਕਦੋਂ ਦਾ ਕਰ ਰਿਹਾ ਸੀ ਤੇ ਗੱਲ ਹੁਣ ਸਾਹਮਣੇ ਆਈ ਹੈ। ਇਹ ਨਹੀਂ ਹੋਣੀ ਚਾਹੀਦੀ। ਇਸ ਬਾਰੇ ਕੋਈ ਐਗਜ਼ੈਂਪਲਰੀ ਪਨਿਸ਼ਮੈਂਟ ਜਿਹੜੀ ਹੈ ਬਹੁਤ ਜ਼ਰੂਰੀ ਹੈ। ਜੀ ਕੁਲਦੀਪ ਜੀ, ਤੁਸੀਂ ਹਰ ਮੁੱਦੇ ਤੇ ਬੜਾ ਸੋਹਣਾ ਚਾਨਣ ਪਾਇਆ, ਆਪਣੇ ਵਿਚਾਰ ਸਾਡੇ ਦਰਸ਼ਕਾਂ ਦੇ ਅੱਗੇ ਰੱਖੇ ਨੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਜੀ।
ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਬਹੁਤ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।